ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਜਿੰਨੇ ਵੀ ਜੁੜ ਰਹੇ ਆ ਵਿਦਿਆਰਥੀ, ਮਾਪੇ ਅਤੇ ਹੋਰ ਵੀਰ ਭੈਣ ਭਰਾ, ਸਭ ਦਾ ਸਵਾਗਤ ਹੈ ਜੀ। ਜਿਵੇਂ ਆਪ ਜੀ ਨੂੰ ਸਭ ਨੂੰ ਪਤਾ ਹੀ ਹੈ ਕਿ ਆਪਾਂ ਜਾਪ ਦੇ ਨਾਲ ਸ਼ੁਰੂਆਤ ਕਰਦੇ ਹਾਂ, ਕਿਉਂਕਿ ਅਸੀਂ ਆਪਣੀ ਸੁਰਤ ਨੂੰ ਕੁਝ ਸਿੱਖਣ ਦੇ ਲਈ, ਇਕਾਗਰ ਕਰਨ ਦੇ ਲਈ ਜਾਪ ਦੇ ਨਾਲ ਜੁੜਨਾ ਜ਼ਰੂਰੀ ਆ। ਸੋ ਨਾਲ ਦੀ ਨਾਲ ਅਟੈਂਡੈਂਸ ਲਗਾਉਂਦੇ ਹੋਏ ਬੱਚੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਧਿਆਨ ਹੈ ਉਹ ਸਿਮਰਨ ਦੇ ਨਾਲ, ਜਾਪ ਦੇ ਨਾਲ ਵੀ ਜੋੜਨਾ ਕਰੀਏ, ਤਾਂ ਕਿ ਸਾਡੀ ਖਿੰਡੀ ਹੋਈ ਸੁਰਤ ਹੈ ਜਿਹੜੀ ਉਹ ਜੁੜ ਸਕੇ ਤੇ ਅਸੀਂ ਕੁਝ ਸਿੱਖਣ ਦੇ ਲਈ ਤਿਆਰ ਹੋਈਏ। ਇਕਾਗਰ ਆਪਣੇ ਮਨ ਨੂੰ ਇਕਾਗਰ ਕਰਨ ਦੇ ਲਈ ਜਾਪ ਦਾ ਹੋਣਾ ਜ਼ਰੂਰੀ ਹੈ ਜੀ। ਅੱਜ ਦੀ ਜਾਪ ਦੀ ਸੇਵਾ ਲੈ ਰਹੀ ਆ ਬੇਟੀ ਅਵਨੀਤ ਕੌਰ ਜੀ, ਲੁਧਿਆਣਾ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟੀ ਅਵਨੀਤ ਕੌਰ ਜੀ ਦਾ, ਜਿਨ੍ਹਾਂ ਨੇ ਸਾਨੂੰ ਉਸ ਵਾਹਿਗੁਰੂ ਗੁਰੂ ਮੰਤਰ ਦੇ ਨਾਲ, ਮੂਲ ਮੰਤਰ ਦੇ ਨਾਲ ਜੋੜਨਾ ਕੀਤਾ ਹੈ। ਸੋ ਕਲਯੁਗ ਮੇਂ ਕੀਰਤਨ ਪ੍ਰਧਾਨਾ, ਕੀਰਤਨ ਗੁਰਬਾਣੀ ਨੂੰ ਗਾਉਣਾ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ। ਸੋ ਅੱਜ ਦੀ ਕੀਰਤਨ ਦੀ ਸੇਵਾ ਹੈ ਅੰਮ੍ਰਿਤਪਾਲ ਸਿੰਘ ਜੀ, ਜੋਨ ਮਹਿਲ ਕਲਾਂ ਤੋਂ। ਅੰਮ੍ਰਿਤਪਾਲ ਸਿੰਘ ਜੀ, ਆਪਣਾ ਹੈਂਡ ਰੇਜ਼ ਕਰੋ ਜੀ।
Money
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਬੇਟਾ ਅੰਮ੍ਰਿਤਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਉਸ ਇਲਾਹੀ ਕੀਰਤਨ ਦੇ ਨਾਲ ਗੁਰਬਾਣੀ ਦੇ ਨਾਲ ਜੁੜਨਾ ਕੀਤਾ ਹੈ। ਮਨ ਅੰਤਰ ਕੀ ਉਤਰੇ ਚਿੰਦ। ਸਾਰੇ ਅਸੀਂ ਆਪਣੀ ਚਿੰਤਾ ਦੂਰ ਕਰਨੀ ਚਾਹੁੰਦੇ ਹਾਂ, ਤੇ ਪਰ ਉਸ ਨੂੰ ਚਿੰਤਾ ਨੂੰ ਦੂਰ ਕਰਨ ਦਾ ਤਰੀਕਾ ਸਤਿਗੁਰੂ ਜੀ ਬਤਾਉਂਦੇ ਆ ਕਿ ਉਸ ਪੂਰੇ ਗੁਰੂ ਦਾ ਉਪਦੇਸ਼ ਸੁਣ, ਆਪਣੇ ਮਨ ਦੇ ਵਿੱਚ ਵਸਾ, ਉਸ ਵਾਹਿਗੁਰੂ ਨੂੰ ਅੰਗ ਸੰਗ ਸਮਝਦਾ ਜਾਣ। ਚਿੱਤੇ ਵਿੱਚ ਰੱਖੇਗਾ ਵਾਹਿਗੁਰੂ ਤਾਂ ਤੇਰੀ ਚਿੰਤਾ ਦੂਰ ਹੋ ਜਾਵੇਗੀ। ਸੋ ਅੱਜ ਸਾਡੇ ਨਾਲ ਜੁੜੇ ਨੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਜੀ ਦਦੇਹਰ ਲੁਧਿਆਣਾ ਤੋਂ, ਜਿਨ੍ਹਾਂ ਨੂੰ ਬੇਨਤੀ ਹੈ ਜੀ ਕਿ ਜੇ ਜੁੜੇ ਹਨ ਤੇ ਆਪਣਾ ਹੈਂਡ ਰੇਜ਼ ਕਰਨ, ਬੱਚਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਨਾਲ ਦੀ ਨਾਲ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਧਿਆਨ ਦੇ ਨਾਲ ਲੈਕਚਰ ਸੁਣ ਕੇ ਆਪਣੀ ਹੁਣ ਚੈਟ ਜਿਹੜੀ ਬੰਦ ਕੀਤੀ ਜਾਵੇ। ਲੈਕਚਰ ਸੁਣਨ ਤੋਂ ਬਾਅਦ ਉਹੀ ਬੱਚੇ ਆਪਣਾ ਹੈਂਡ ਰੇਜ਼ ਕਰਨਗੇ ਜਿਨ੍ਹਾਂ ਦੇ ਸਵਾਲ ਹੋਣਗੇ। ਜੋ ਲੈਕਚਰ ਹੋਵੇਗਾ, ਵਿਸ਼ਾ ਹੈ ਜੀਵਤ ਪਿੱਤਰ ਨਾ ਮਾਨੈ ਕੋਉ। ਇਸ ਸੰਬੰਧਤ ਦੇ ਵਿੱਚ ਜਿਹੜੇ ਵੀ ਬੱਚਿਆਂ ਦੇ ਸਵਾਲ ਹੋਣਗੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਬਾਅਦ ਵਿੱਚ। ਸੋ ਹੁਣ ਕਿਸੇ ਵੀ ਬੱਚੇ ਨੇ ਨਾ ਚੈਟ ਕਰਨੀ ਹੈ ਤੇ ਨਾ ਹੀ ਹੈਂਡ ਰੇਜ਼ ਕਰਨਾ ਹੈ। ਅਗਰ ਕੋਈ ਵੀਰ ਜੀ ਸਵਾਲ ਪੁੱਛਦੇ ਨੇ ਤਾਂ ਤੁਸੀਂ ਆਪਣਾ ਜਿਹੜਾ ਚੈਟ ਦੇ ਵਿੱਚ ਉਸਦਾ ਜਵਾਬ ਲਿਖ ਸਕਦੇ ਹੋ। ਵੈਸੇ ਫਾਲਤੂ ਚੈਟ ਕਿਸੇ ਬੱਚੇ ਨੇ ਹੁਣ ਤੋਂ ਨਹੀਂ ਕਰਨੀ। ਸੋ ਵੀਰ ਜੀਆਂ ਦਾ ਸਵਾਗਤ ਹੈ ਜੀ, ਤੇ ਉਹ ਆਪਣੇ ਵਿਚਾਰ ਰੱਖਣਗੇ। ਜੀ ਹਾਂਜੀ, ਸਾਰੇ ਜਿੰਨੇ ਵੀ ਵੀਰ ਭੈਣਾਂ ਬੱਚੇ ਇਸ ਵੇਲੇ ਜ਼ੂਮ ਮਾਧਿਅਮ ਦੇ ਰਾਹੀਂ ਇਕੱਤਰ ਹੋਏ ਹਨ ਔਰ ਇਸ ਸਾਰੇ ਸਿਲਸਿਲੇ ਨੂੰ ਚਲਾਉਣ ਵਾਲੇ, ਪ੍ਰਬੰਧ ਕਰਨ ਵਾਲੇ ਸਮੂਹ ਪ੍ਰਬੰਧਕ ਵੀਰਾਂ ਦਾ, ਜਿਨ੍ਹਾਂ ਨੇ ਦਿੱਤਾ ਹੈ। ਆਓ ਇੱਕ ਵਾਰੀ ਸਾਰੇ ਵੀਰ ਭੈਣਾਂ ਦਾਸ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਕਿਰਪਾ ਕਰਕੇ ਕੋਈ ਭਾਵੇਂ ਇੱਕ ਵੀਰ ਭੈਣੀ ਦੱਸ ਦਿਓ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਠੀਕ ਆ ਰਹੀ ਆ? ਹਾਂਜੀ ਆ ਰਹੀ ਹੈ ਜੀ। ਠੀਕ ਹੈ ਜੀ, ਧੰਨਵਾਦ। ਅੱਜ ਦਾ ਜਿਹੜਾ ਵਿਸ਼ਾ ਮੈਨੂੰ ਦਿੱਤਾ ਗਿਆ ਸੀ, ਜੀਵਤ ਪਿੱਤਰ ਨਾ ਮਾਨੇ ਕੋਉ। ਤੋ ਇਸ ਨੂੰ ਆਪਾਂ ਸ਼ੁਰੂ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪ ਜੀ ਇਸ ਮਾਧਿਅਮ ਦੇ ਰਾਹੀਂ ਲਗਭਗ ਰੋਜ਼ ਹੀ ਅਧਿਐਨ ਕਰ ਰਹੇ ਹੋ, ਪੜ੍ਹ ਰਹੇ ਹੋ, ਸਮਝ ਰਹੇ ਹੋ। ਜਿਵੇਂ ਹੁਣੇ ਹੀ ਇੱਕ ਛੋਟੇ ਬੱਚੇ ਨੇ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਵੀ ਬੜੇ ਸੋਹਣੇ ਅੰਦਾਜ਼ ਵਿੱਚ ਆਪਾਂ ਨੂੰ ਸ਼ਰਵਣ ਕਰਾਇਆ। ਔਰ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਦਿਆਂ, ਸੁਣਦਿਆਂ, ਸਮਝਦਿਆਂ ਇੱਕ ਗੱਲ ਬਹੁਤ ਜ਼ੋਰ ਦੇ ਕੇ ਸਾਨੂੰ ਸਮਝਾਈ ਗਈ ਹੈ ਕਿ ਜਦੋਂ ਤੁਸੀਂ ਧਰਮ ਅਪਣਾਉਣਾ ਹੈ, ਧਰਮ ਦੀ ਜ਼ਿੰਦਗੀ ਜਿਉਣੀ ਹੈ, ਧਰਮੀ ਬਣਨਾ ਹੈ, ਤਾਂ ਸਤਿਗੁਰੂ ਜੀ ਕਹਿੰਦੇ ਆ ਧਰਮੀ ਬਣਨ ਲਈ, ਧਰਮ ਅਪਣਾਉਣ ਲਈ ਜੋ ਅਕਾਲ ਪੁਰਖ ਜੀ ਦੇ ਸੋਹਣੇ ਗੁਣ ਹਨ ਉਹਨਾਂ ਨੂੰ ਜੀਵਨ ਵਿੱਚ ਅਪਣਾਓ। ਗੁਣਾਂ ਨੂੰ ਅਪਣਾਉਣ ਨਾਲ ਹੀ ਅਸੀਂ ਧਰਮੀ ਬਣ ਸਕਦੇ ਹਾਂ। ਜਿਵੇਂ ਬਾਣੀ ਦਾ ਇਹ ਵਾਕ ਹੈ, ਸੱਚੋਂ ਉਰੈ ਸਭ ਕੋ, ਉੱਪਰ ਸੱਚ ਆਚਾਰ।
सच तो उरां उरां बहुत कुछ गिणिया जा सकता है, मन्निया जा सकता है, पर जे इन्हां सारियां गल्लां दे विचों वड्डी गल है, उच्ची गल है, तां ओह है सच अनुसार जीविया होया करैक्टर, साडा उच्चा सुच्चा जीवन। जप बाणी दी पहली पौड़ी दे पाठ करदियां आपां नूं इह गल भली भांत स्पष्ट हो जाती है कि जिन्ने भी कर्म कांड वहम भरम ये बंदे नूं धर्मी नहीं बनाउंदे, सगों कमजोर करते हैं। सच धर्म दे थां बड़े सारे वहम भरम भुलेखे कर्म कांड पाखंड इस समाज विच पहलां भी पसरे होए सी, अज भी पसरे हुए ने। ये तो मेहर गुरु साहब जी दी है कि सतगुरु जी ने लंबा समा ला के समाज दे बहुत वड्डे हिस्से नूं इस वहम भरम कर्म कांड वाली दलदल दे विचों कढिया और सानू सदा लई बाणी दे लड़ लाया। एक वाक शायद तुहाडे गुरबाणी दा चेते होवे, छोडी ले पाखंडा नाम लयै जाहे तरंदा। पाखंड छड्ड दे, सतगुरु जी का उपदेश ग्रहण कर ले, जाहे तरंदा तू तर जाएगा। पर बहुत सारे लोग सस्ता काम जेड़ा बस थोड़ी जी खिचल दे नाल निभा के बंदा वेला हो जाता है, ਉਹਦੇ ਵਿੱਚੋਂ संतुष्टि ਭਾਲਦਾ ਰਹਿੰਦਾ है। कोई वहम जो मन विच बैठा है ਉਹਦੀ पूर्ति करने लई कोई पखंड धर्म निभा लिया, बंदा सोचता है बस ਇਹਦੇ नाल मेरी जिंदगी की तसल्ली हो जाए, मेरी जिंदगी सौखी हो जाए। लगभग छोटे बच्चे भी जुड़े हुए आ और छेती समझ विच आ जाएगा। बच्चों, जेकर तुसी स्कूल की पढ़ाई बड़े प्रेम नाल दृढ़ इरादे नाल पढ़ना चाहते हो तो तुहानू दिन रात मेहनत करनी पेगी, अपने टीचरां दा कहा होया सुनना पेगा। जे बच्चा जाए स्कूल रोटी पानी खा के घर नूं आ जाए, जे बच्चा स्कूल जाए तो स्कूल विच तुर फिर के प्रिंसीपल की कुर्सी नूं मत्था टेक के वापस आ जाए, जे बच्चा स्कूल जाए तो उत्थे अपने साथियां हानियां नाल गल्लां बातां करके घर नूं वापस आ जाए। बिना शक उन्हें वर्दी भी पाई हुई है, बिना शक अपने मोढे ते किताबां वाला बैग भी चुकिया हुआ है। जे वो घूम फिर के गल्लां बातां करके टाइम पास करके वापस घर नूं आ रहा है तो उन्होंने पढ़िया नहीं मन्निया जाएगा, वो पढ़ाई दे योग नहीं। वो जदों भी टेस्ट आएगा, जदों भी एग्जाम आउणगे, उदों वो जां आला दुआला देखेगा, पछताएगा, रोएगा ते आखिर नूं फेल होएगा।
ਏਦਾਂ ਹੀ ਛੋਟੇ ਛੋਟੇ ਧਰਮ ਦੇ ਕਰਮ ਜਿਹੜੇ ਵਿਖਾਵੇ ਵਜੋਂ ਨਿਭਾ ਦਿੰਦਾ ਹੈ ਬੰਦਾ, ਉਹ ਧਰਮੀ ਨਹੀਂ ਬਣਦਾ ਜਿੰਨੀ ਦੇਰ ਤੱਕ ਸਾਡਾ ਸੁਭਾਅ, ਸਾਡਾ ਮਨ, ਸਾਡੀ ਸੋਚ, ਸਾਡਾ ਉੱਠਣਾ ਬੈਠਣਾ ਬੋਲਣਾ ਕੰਮ ਕਰਨਾ ਦੂਜਿਆਂ ਨਾਲ ਵਰਤਣਾ, ਜਿੰਨਾ ਚਿਰ ਇਹਦੇ ਵਿੱਚ ਸੱਚਾਈ ਨਹੀਂ, ਪਿਆਰ ਨਹੀਂ, ਓਨੀ ਦੇਰ ਤੱਕ ਬਾਹਰੋਂ ਕੀਤੇ ਹੋਏ ਕੰਮ ਜਿਹੜੇ ਆ ਉਹ ਸਾਨੂੰ ਕਿਸੇ ਪਾਸੇ ਨਹੀਂ ਲੱਗਣ ਦੇਣਗੇ। ਇਵੇਂ ਹੀ ਇਹਨਾਂ ਵਹਿਮਾਂ ਭਰਮਾਂ ਪਖੰਡ, ਇਹਨਾਂ ਵਿੱਚੋਂ ਅੱਜ ਦਾ ਟੌਪਿਕ ਕਿਸੇ ਵਿਅਕਤੀ ਦੇ ਮਰ ਜਾਣ ਤੋਂ ਬਾਅਦ ਸਾਲ ਬਾਅਦ ਬਹੁਤ ਸਾਰੇ ਪਰਿਵਾਰ ਜਿਹੜੇ ਸ਼ਰਾਧ ਕਰਦੇ ਆ, ਔਰ ਸ਼ਰਾਧ ਕਰਨ ਵਾਲਿਆਂ ਦੀ ਇਹ ਮਨੌਤ ਹੈ, ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਲੋਕ ਇੱਥੋਂ ਸੰਸਾਰ ਵਿੱਚੋਂ ਮਰ ਜਾਂਦੇ ਆ, ਉਹ ਲੋਕ ਮਰ ਕੇ ਉੱਪਰ ਸੂਰਜ ਲੋਕ ਵਿੱਚ ਚਲੇ ਜਾਂਦੇ ਆ, ਉਹਨਾਂ ਨੂੰ ਪਿੱਤਰ ਕਿਹਾ ਜਾਂਦਾ ਹੈ। ਜਿਹੜੇ ਲੋਕ ਮਰ ਕੇ ਸੂਰਜ ਲੋਕ ਵਿੱਚ ਚਲੇ ਗਏ, ਉਹਨਾਂ ਨੂੰ ਪਿੱਤਰ ਕਿਹਾ ਜਾਂਦਾ ਹੈ। ਔਰ ਇਹ ਮੰਨਿਆ ਜਾਂਦਾ ਹੈ ਕਿ ਸਾਲ 'ਚ ਇੱਕ ਵਾਰ ਉਹਨਾਂ ਨੂੰ ਭੋਜਨ ਦੀ ਭੁੱਖ ਲੱਗਦੀ ਹੈ, ਤੇ ਸਾਲ ਬਾਅਦ ਪਰਿਵਾਰ ਦੀ ਇਹ ਜ਼ਿੰਮੇਵਾਰੀ ਬਣਦੀ ਕਿ ਉਹ ਭੋਜਨ ਕਿਸੇ ਧਾਰਮਿਕ ਵਿਅਕਤੀ ਨੂੰ, ਬ੍ਰਾਹਮਣ ਨੂੰ, ਗ੍ਰੰਥੀ ਨੂੰ, ਕਿਸੇ ਵੀ ਐਸੇ ਇੱਕ ਵਿਅਕਤੀ ਨੂੰ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਣ, ਉਹਨੂੰ ਚੀਜ਼ ਵਸਤੂਆਂ ਦਾਨ ਕਰਨ। ਤੁਹਾਡਾ ਖਵਾਇਆ ਹੋਇਆ ਭੋਜਨ, ਤੁਹਾਡੇ ਦਿੱਤੇ ਹੋਏ ਕੱਪੜੇ, ਤੁਹਾਡਾ ਕੀਤਾ ਹੋਇਆ ਦਾਨ ਪੁੰਨ, ਇਹ ਸਾਰਾ ਤੁਹਾਡੇ ਉਸ ਮਰ ਚੁੱਕੇ ਪ੍ਰਾਣੀ ਨੂੰ ਸੂਰਜ ਲੋਕ ਵਿੱਚ ਪਹੁੰਚ ਜਾਏਗਾ। ਤੇ ਇਹ ਕੰਮ ਇੱਕ ਵਾਰੀ ਨਹੀਂ, ਹਰ ਸਾਲ ਲਗਾਤਾਰ ਜਿੰਨੀ ਦੇਰ ਤੱਕ ਪਰਿਵਾਰ ਨਿਭਾ ਸਕਦਾ ਹੈ, ਉਹ ਆਪਣੇ ਵੱਡਿਆਂ ਦਾ ਨਿਭਾਉਂਦੇ ਆ, ਫਿਰ ਉਦੋਂ ਅੱਗੇ ਔਲਾਦ, ਫਿਰ ਆਪਣੇ ਵੱਡਿਆਂ ਦਾ। ਇਹ ਪਰੰਪਰਾ ਪੀੜ੍ਹੀ ਦਰ ਪੀੜ੍ਹੀ, ਸਦੀ ਦਰ ਸਦੀ ਇਸੇ ਤਰ੍ਹਾਂ ਹੀ ਤੁਰੀ ਆ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਪਰੰਪਰਾ ਨੂੰ ਬੜਾ ਨੇੜਿਓਂ ਦੇਖਿਆ, ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਾਜ ਦੇ ਲੋਕਾਂ ਨੂੰ ਸਮਝਾਉਣ ਲਈ ਜਿੱਥੇ ਉਹਨਾਂ ਨੇ ਬਾਣੀ ਉਚਾਰਨ ਕੀਤੀ, ਉੱਥੇ ਨਾਲ ਨਾਲ ਸੱਚੇ ਪਾਤਸ਼ਾਹ ਜੀ ਨੇ ਕੁਝ ਲੋਕਾਂ ਨੂੰ ਉੱਥੇ ਉਹਨਾਂ ਦੇ ਵਿੱਚ ਖਲੋ ਕੇ ਇਸ ਪਰੰਪਰਾ ਤੋਂ ਰੋਕਣ ਦਾ, ਇਸ ਪਰੰਪਰਾ ਬਾਰੇ ਸੱਚ ਦੱਸਣ ਦਾ ਮਹਾਰਾਜ ਨੇ ਉੱਥੇ ਉਪਰਾਲਾ ਕੀਤਾ। ਸ਼ਾਇਦ ਇੱਕ ਤੁਹਾਡੇ ਚੋਂ ਕੁਝ ਵੀਰਾਂ ਭੈਣਾਂ ਨੇ ਇਸ ਸਾਖੀ ਨੂੰ, ਇਤਿਹਾਸ ਦੀ ਇਸ ਘਟਨਾ ਨੂੰ ਸੁਣਿਆ ਹੋਊਗਾ। ਜਦੋਂ ਗੁਰੂ ਨਾਨਕ ਸਾਹਿਬ ਹਰਿਦੁਆਰ ਗਏ ਤਾਂ ਉੱਥੇ ਸਵੇਰੇ ਸਵੇਰ ਜਿਹੜੇ ਪਾਸਿਓਂ ਸੂਰਜ ਚੜ੍ਹਦਾ ਹੈ, ਚੜ੍ਹਦੇ ਸੂਰਜ ਵੱਲ ਨੂੰ ਲੋਕ ਗੰਗਾ ਨਦੀ ਵਿੱਚ ਖਲੋ ਕੇ ਬੁੱਕ ਭਰ ਭਰ ਕੇ ਪਾਣੀ ਸੁੱਟ ਰਹੇ ਸਨ, ਔਰ ਬੜੀ ਵੱਡੀ ਗਿਣਤੀ ਵਿੱਚ ਲੋਕ ਬੁੱਕ ਭਰ ਭਰ ਕੇ ਪਾਣੀ ਨਦੀ ਵਿੱਚੋਂ ਉੱਪਰ ਨੂੰ ਸੂਰਜ ਵੱਲ ਨੂੰ ਸੁੱਟਦੇ ਸਨ। ਗੁਰੂ ਨਾਨਕ ਸਾਹਿਬ ਗੰਗਾ ਦੇ ਵਿੱਚ ਵੜੇ ਤੇ ਉਹਨਾਂ ਨੇ ਗੰਗਾ ਨਦੀ ਵਿੱਚ ਖਲੋ ਕੇ ਹਰਿਦੁਆਰ ਤੋਂ ਜਿਹੜੇ ਪਾਸੇ ਸੂਰਜ ਛਿਪਦਾ ਹੈ, ਤਲਵੰਡੀ ਜਿੱਥੇ ਉਹਨਾਂ ਦਾ ਘਰ ਸੀ, ਉਸ ਪਾਸੇ ਨੂੰ ਪਾਣੀ
ਸੁੱਟਣਾ ਸ਼ੁਰੂ ਕਰ ਦਿੱਤਾ। ਲੋਕ ਜਿਹੜੇ ਪਾਸਿਓਂ ਸੂਰਜ ਚੜ ਰਿਹਾ ਸੀ ਉਧਰ ਨੂੰ ਪਾਣੀ ਸੁੱਟ ਰਹੇ ਸੀ। ਗੁਰੂ ਨਾਨਕ ਸਾਹਿਬ ਉਸ ਤੋਂ ਉਲਟ ਜਿਹੜੇ ਪਾਸੇ ਛਿਪਦਾ ਹੈ ਉਸ ਪਾਸੇ ਨੂੰ ਪਾਣੀ ਸੁੱਟ ਰਹੇ ਸੀ। ਲੋਕਾਂ ਦੇ ਵਿੱਚ ਹਿਲਜੁਲ ਹੋਈ ਔਰ ਅੱਗੇ ਤੋਂ ਅੱਗੇ ਗੱਲ ਚੱਲਦਿਆਂ ਵੱਡਿਆਂ ਪਾਂਡਿਆਂ ਤੱਕ ਪਹੁੰਚੀ। ਪਰ ਗੁਰੂ ਨਾਨਕ ਸਾਹਿਬ ਨੂੰ ਆਵਾਜ਼ਾਂ ਮਾਰੀਆਂ, ਉਹਨਾਂ ਨੇ ਸਮਝਾਉਣ ਦਾ ਯਤਨ ਕੀਤਾ, ਮਹਾਰਾਜ ਸਾਰੇ ਲੋਕ ਪਾਣੀ ਚੜ੍ਹਦੇ ਸੂਰਜ ਨੂੰ ਦੇ ਰਹੇ ਆ, ਤੁਸੀਂ ਪਾਣੀ ਲਹਿੰਦੇ ਵਾਲੇ ਪਾਸੇ ਦੇ ਰਹੇ ਹੋ, ਕੀ ਕਾਰਨ ਹੈ? ਪਾਣੀ ਦੇਣਾ ਹੈ ਤੇ ਚੜ੍ਹਦੇ ਸੂਰਜ ਨੂੰ ਦਿਓ। ਮਹਾਰਾਜ ਨੇ ਉਹਨਾਂ ਦੀ ਗੱਲ ਸੁਣੀ ਪਰ ਫਿਰ ਬੁੱਕ ਭਰ ਕੇ ਪਾਣੀ ਸੁੱਟਣੇ ਸ਼ੁਰੂ ਕਰ ਦਿੱਤੇ। ਔਰ ਜਦੋਂ ਗੁਰੂ ਨਾਨਕ ਸਾਹਿਬ ਨੇ 1 ਵਾਰ 2 ਵਾਰ 3 ਵਾਰ ਏਦਾਂ ਕੀਤਾ ਤਾਂ ਕੁਝ ਜਿਹੜੇ ਜ਼ੋਰਾਵਰ ਬੰਦੇ ਸੀਗੇ, ਧੱਕੇਖੋਰ ਬੰਦੇ ਸੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਧੱਕੇ ਨਾਲ ਰੋਕਣਾ ਚਾਹਿਆ। ਮਹਾਰਾਜ ਨੇ ਕਿਹਾ ਵੀ ਇਹ ਪਾਣੀ ਜਿਹੜੇ ਚੜ੍ਹਦੇ ਨੂੰ ਸੁੱਟਦੇ, ਇਹ ਕਿਉਂ ਚੜ੍ਹਦੇ ਨੂੰ ਸੁੱਟਦੇ ਨੇ? ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਇਹ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਆ। ਜਿਹੜੇ ਲੋਕ ਇਹਨਾਂ ਦੇ ਵੱਡ ਵਡੇਰੇ ਮਰ ਚੁੱਕੇ ਬਜ਼ੁਰਗ ਆ ਉਹ ਸੂਰਜ ਲੋਕ ਤੇ ਰਹਿੰਦੇ ਆ ਤੇ ਤਿਹਾਏ ਆ, ਇਹ ਪਾਣੀ ਉਹਨਾਂ ਨੂੰ ਦੇ ਰਹੇ ਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਵੱਡ ਵਡੇਰਿਆਂ ਨੂੰ ਕੋਈ ਪਿਆਸ ਨਹੀਂ ਲੱਗੀ, ਮੇਰੇ ਤਾਂ ਖੇਤ ਸੁੱਕਦੇ ਆ, ਮੈਂ ਖੇਤਾਂ ਨੂੰ ਪਾਣੀ ਦੇ ਰਿਹਾ, ਮੇਰੇ ਖੇਤ ਹੈ ਤਲਵੰਡੀ। ਤਾਂ ਉਹਨਾਂ ਚੋਂ ਕੁਝ ਲੋਕ ਹੱਸੇ, ਕੁਝ ਨੇ ਗੁੱਸੇ ਵਿੱਚ ਆ ਕੇ ਇਹ ਸ਼ਬਦ ਵੀ ਕਹੇ, ਕਿਉਂ ਕਿੱਥੇ ਪੰਜਾਬ ਦੇ ਵਿੱਚ ਤਲਵੰਡੀ ਤੁਹਾਡੇ ਖੇਤ ਹੈ, ਇੱਥੋਂ ਹਰਿਦੁਆਰੋਂ ਪਾਣੀ ਉੱਥੇ ਚਲੇ ਜਾਏਗਾ? ਤੇ ਗੁਰੂ ਨਾਨਕ ਸਾਹਿਬ ਨੇ ਹੱਸ ਕੇ ਕਿਹਾ ਸੀ, ਇਹੀ ਗੱਲ ਤਾਂ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਹਾਂ ਕਿ ਜੇ ਮੇਰਾ ਇਸੇ ਧਰਤੀ ਤੇ ਕੁਝ 100 ਮੀਲ ਦੀ ਵਿੱਥ ਤੇ ਮੇਰੇ ਖੇਤਾਂ ਤੱਕ ਇੱਥੋਂ ਪਾਣੀ ਨਹੀਂ ਜਾਂਦਾ ਤੇ ਹਜ਼ਾਰਾਂ ਕਰੋੜਾਂ ਮੀਲ ਦੂਰ ਸੂਰਜ ਤੇ ਤੁਹਾਡਾ ਪਾਣੀ ਜਾਂਦਾ, ਇਹੀ ਗੱਲ ਤਾਂ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ। ਤੁਸੀਂ ਮੇਰੇ ਤੇ ਹੱਸ ਰਹੇ ਹੋ ਕਿ ਗੰਗਾ ਦੇ ਵਿੱਚ ਖਲੋ ਕੇ ਸੁੱਟਿਆ ਹੋਇਆ ਪਾਣੀ ਮੇਰੇ ਖੇਤਾਂ ਵਿੱਚ ਇਸੇ ਧਰਤੀ ਤੇ ਨਹੀਂ ਜਾ ਰਿਹਾ ਤੇ ਤੁਹਾਡਾ ਇਸ ਧਰਤੀ ਤੋਂ ਹਜ਼ਾਰਾਂ ਕਰੋੜਾਂ ਮੀਲ ਦੂਰ ਸੂਰਜ ਤੇ ਪਾਣੀ ਕਿਵੇਂ ਜਾ ਰਿਹਾ? ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਦਲੀਲ ਨਾਲ ਗੱਲ ਕੀਤੀ, ਮਹਾਰਾਜ ਨੇ ਆਖਿਆ ਆਓ ਬਾਹਰ, ਪਾਣੀ ਚੋਂ ਬਾਹਰ ਨਿਕਲ ਕੇ ਆਪਾਂ ਗੱਲ ਕਰਦੇ ਹਾਂ। ਮਹਾਰਾਜ ਨੇ ਬਾਹਰ ਬਿਠਾਇਆ, ਵੱਡੇ ਇਕੱਠ ਨੂੰ ਮਹਾਰਾਜ ਨੇ ਸੰਬੋਧਨ ਕਰਦਿਆਂ ਆਖਿਆ, ਭਲਿਓ ਮਰ ਜਾਣ ਤੋਂ ਬਾਅਦ ਕਿਸੇ ਨੂੰ ਕੀ ਚਾਹੀਦਾ, ਕਿਸੇ ਨੂੰ ਕੀ ਮਿਲਦਾ ਹੈ, ਕੀ ਨਹੀਂ ਮਿਲਦਾ, ਇਹ ਸਾਰੇ ਵਹਿਮ ਭਰਮ ਤੇ ਪਖੰਡ ਹਨ। ਇਹਨਾਂ ਗੱਲਾਂ ਵਿੱਚ ਸਾਨੂੰ ਪੈਣ ਦੀ ਲੋੜ ਨਹੀਂ। ਕਰਨਾ ਇਹ ਚਾਹੀਦਾ ਹੈ ਕਿ ਤੁਸੀਂ ਜਿਉਂਦੇ ਆਪਣੇ ਮਾਂ-ਬਾਪ ਦੀ ਸੇਵਾ ਕਰੋ, ਆਪਣੇ ਮਾਂ-ਬਾਪ ਦੀ ਸੰਭਾਲ ਕਰੋ, ਆਪਣੇ ਮਾਂ-ਬਾਪ ਦੀਆਂ ਲੋੜਾਂ ਪੂਰੀਆਂ ਕਰੋ। ਜਦੋਂ ਤੁਸੀਂ ਆਪਣੇ ਮਾਂ-ਬਾਪ ਦੀ ਸੇਵਾ ਕਰੋਗੇ ਜਿਉਂਦੇ ਦੀ, ਤੁਹਾਡੇ ਮਾਂ-ਬਾਪ ਖੁਸ਼ ਰਹਿਣਗੇ। ਤੁਸੀਂ ਆਪਣੇ ਮਾਂ-ਬਾਪ ਦੇ ਦੁੱਖ ਸੁੱਖ ਨੂੰ ਬੜਾ ਨੇੜਿਓਂ ਦੇਖ ਰਹੇ ਹੋ, ਨੇੜਿਓਂ ਸਮਝ ਰਹੇ ਹੋ, ਤਾਂ ਮਰਨ ਤੋਂ ਬਾਅਦ ਇਹੋ ਜਿਹੇ ਕੰਮ ਕਰਨ ਦੀ ਲੋੜ ਨਹੀਂ ਰਹਿੰਦੀ। ਸਤਿਗੁਰੂ ਜੀ ਨੇ ਆਸਾ ਕੀ ਵਾਰ ਦੇ ਅੰਦਰ ਇੱਕ ਸ਼ਲੋਕ ਵੀ ਉਚਾਰਨ ਕੀਤਾ, ਜੇ ਮੁਹਾਕਾ ਘਰ ਮੋਹ ਹੈ, ਘਰ ਮੋਹ ਪਿਤਰੀ ਦੇ, ਅੱਗੇ ਵਸਤ ਸਿਆਣੀ ਹੈ, ਪਿਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਮਹਾਰਾਜ ਕਹਿੰਦੇ ਜੇ ਤੁਸੀਂ ਕਹਿੰਦੇ ਹੋ, ਜੇਕਰ ਤੁਸੀਂ ਕਹਿੰਦੇ ਹੋ ਕਿ ਇਹ ਦਿੱਤਾ ਹੋਇਆ ਸਾਜੋ ਸਮਾਨ ਅੱਗੇ ਪਹੁੰਚ ਜਾਂਦਾ ਹੈ, ਤੇ ਮਹਾਰਾਜ ਨੇ ਇੱਕ ਬੜਾ ਸੋਹਣਾ ਵਿਅੰਗ ਬਣਾਇਆ। ਮਹਾਰਾਜ ਕਹਿਣ ਲੱਗੇ ਜੇ ਚੋਰੀ ਕਰਕੇ ਸਮਾਨ ਦਾਨ ਕਰ ਦਈਏ ਕੀ ਇਹ ਵੀ ਉੱਥੇ ਪਹੁੰਚ ਜਾਏਗਾ?
ਜੇ ਚੋਰੀ ਦਾ ਸਮਾਨ ਵੀ ਉੱਥੇ ਪਹੁੰਚ ਜਾਏਗਾ, ਚੋਰੀ ਦੇ ਭਾਂਡੇ ਪਹੁੰਚ ਜਾਣਗੇ, ਚੋਰੀ ਦੇ ਕੱਪੜੇ ਪਹੁੰਚ ਜਾਣਗੇ, ਜੇ ਚੋਰੀ ਦਾ ਸਮਾਨ ਵੀ ਅੱਗੇ ਪਿੱਤਰਾਂ ਤੱਕ ਜਾਏਗਾ ਤੇ ਜਰਾ ਕਿ ਦੱਸੋ ਜਿਨ੍ਹਾਂ ਦੇ ਘਰੋਂ ਚੋਰੀ ਕੀਤੀ ਹੈ, ਜੇ ਉਹਨਾਂ ਦਾ ਬਜ਼ੁਰਗ ਵੀ ਉੱਥੇ ਹੋਏਗਾ ਤੇ ਚੋਰੀ ਦਾ ਸਮਾਨ ਉੱਥੇ ਪਛਾਣਿਆ ਨਹੀਂ ਜਾਏਗਾ। ਜੇ ਉੱਥੇ ਚੋਰੀ ਦਾ ਸਮਾਨ ਪਛਾਣਿਆ ਗਿਆ, ਚੋਰੀ ਦਾ ਸਮਾਨ ਉੱਥੇ ਫੜਿਆ ਗਿਆ, ਤਾਂ ਤੁਹਾਡੇ ਬਜ਼ੁਰਗਾਂ ਨੂੰ ਮਰਨ ਤੋਂ ਬਾਅਦ ਵੀ ਆਹ ਝੂਠਾ ਬੰਦਾ ਜਿਹੜਾ ਹੈ ਇਹ ਚੋਰ ਬਣਾ ਦੇਗਾ। ਸੋ ਭਾਈ ਜਿਉਂਦੇ ਮਾਂ ਬਾਪ ਦੀ ਸੇਵਾ ਕਰੋ। ਕਬੀਰ ਸਾਹਿਬ ਜੀ ਦੇ ਜਿਸ ਵਾਕ ਦੀ ਆਪਾਂ ਸ਼ੁਰੂਆਤ ਵਿੱਚ ਗੱਲ ਕੀਤੀ ਸੀ, ਜੀਵਤ ਪਿੱਤਰ ਨਾ ਮਾਨੇ ਕੋਊ ਮੂਏ ਸਿਰਾਧ ਕਰਾਹੀਂ, ਪਿੱਤਰ ਵੀ ਬਪੁਰੇ ਕਹੋ ਕਿਉਂ ਪਾਵੇਂ, ਕਊਆ ਕੂਕਰ ਖਾਹੀਂ। ਪਿੱਤਰਾਂ ਵਿਚਾਰਿਆਂ ਨੂੰ ਕਿੱਥੇ ਮਿਲਦਾ? ਪਿੱਤਰ ਵੀ ਬਪੁਰੇ ਕਹੋ ਕਿਉਂ ਪਾਵੇਂ। ਪਿੱਤਰਾਂ ਨੂੰ ਵਿਚਾਰਿਆਂ ਨੂੰ ਕਿੱਥੇ ਮਿਲਦਾ ਹੈ? ਉਹ ਕਿੱਥੇ ਪਾਉਂਦੇ ਨੇ? ਉਹ ਪ੍ਰਾਪਤ ਕਿੱਥੇ ਕਰਦੇ ਨੇ? ਕਊਆ ਕੂਕਰ ਖਾਹੀਂ, ਇਹ ਤੇ ਕਾਂ ਕੁੱਤੇ ਖਾ ਜਾਂਦੇ ਆ। ਇਹ ਤੁਹਾਡਾ ਜਿਹੜਾ ਰਾਸ਼ਨ ਪਾਣੀ ਇਹ ਸਾਰਾ ਕਾਂ ਕੁੱਤੇ ਖਾ ਗਏ, ਇਹ ਉਹਨਾਂ ਨੂੰ ਨਹੀਂ ਮਿਲਿਆ। ਔਰ ਨਾਲ ਹੀ ਉਹ ਪ੍ਰੇਰਨਾ ਇਹ ਵੀ ਦਿੰਦੇ ਆ ਵੀ ਜਿਹੜੇ ਜਿਉਂਦੇ ਬਜ਼ੁਰਗ ਆ ਤੁਹਾਡਿਆਂ ਘਰਾਂ 'ਚ, ਜਿਹੜੇ ਤੁਹਾਡੇ ਵੱਡੇ ਤੁਹਾਡਿਆਂ ਘਰਾਂ 'ਚ ਰਹਿੰਦੇ ਆ, ਜਿਹੜੇ ਅਜੇ ਜਿਉਂਦੇ ਨੇ, ਜਿਨ੍ਹਾਂ ਨੂੰ ਕੱਪੜਿਆਂ ਦੀ ਲੋੜ ਹੈ, ਖਾਣੇ ਦੀ ਲੋੜ ਹੈ, ਪਾਣੀ ਦੀ ਲੋੜ ਹੈ, ਉਹਨਾਂ ਨੂੰ ਤੁਸੀਂ ਮੰਨਦੇ ਨਹੀਂ, ਉਹਨਾਂ ਨੂੰ ਤੁਸੀਂ ਸੰਭਾਲਦੇ ਨਹੀਂ, ਉਹਨਾਂ ਦੇ ਤੁਸੀਂ ਨੇੜੇ ਵੀ ਨਹੀਂ ਜਾਂਦੇ, ਉਹਨਾਂ ਨੂੰ ਤੁਸੀਂ ਪੁੱਛਦੇ ਨਹੀਂ। ਤੇ ਮਰ ਜਾਣ ਤੋਂ ਬਾਅਦ ਤੁਸੀਂ ਬੜੇ ਅਡੰਬਰ ਰਚ ਰਹੇ ਹੋ, ਤੁਸੀਂ ਬੜੇ ਪਖੰਡ ਰਚ ਰਹੇ ਹੋ। ਘਰੇ ਸੱਦ ਕੇ ਧਾਰਮਿਕ ਲੋਕਾਂ ਨੂੰ ਤੁਸੀਂ ਉਹਨਾਂ ਨੂੰ ਬੜੇ ਧੱਕੇ ਨਾਲ ਖੀਰਾਂ ਖਵਾ ਰਹੇ ਹੋ, ਤੁਸੀਂ ਉਹਨਾਂ ਨੂੰ ਰੋਟੀਆਂ ਖਵਾ ਰਹੇ ਹੋ, ਖਾ ਲਓ। ਕੀ ਇੱਕ ਗੱਲ ਜਿੰਨੇ ਵੀ ਤੁਸੀਂ ਵੀਰ ਭੈਣਾਂ ਜੁੜੇ ਬੈਠੇ ਹੋ, ਬੁਰਾ ਨਾ ਮਨਾਇਓ, ਥੋੜਾ ਜਿਹਾ ਧਿਆਨ ਦਿਓ। ਜਿਹੜੀ ਰੋਟੀ ਇੱਕ ਵਾਰ ਆਪਾਂ ਮੂੰਹ ਵਿੱਚ ਪਾ ਲਈ, ਚਿੱਥ ਲਈ ਤੇ ਆਪਣੇ ਗਲੇ ਤੋਂ ਉਹ ਅੱਗੇ ਪੇਟ ਵਿੱਚ ਚਲੇ ਗਈ। ਥੋੜਾ ਧਿਆਨ ਨਾਲ ਦੇਖੋ, ਪੇਟ ਵਿੱਚ ਗਿਆ ਹੋਇਆ ਭੋਜਨ ਭਾਵੇਂ ਕਿੰਨਾ ਵੀ ਸਵਾਦਲਾ ਹੋਵੇ, ਕਿ ਪੇਟ ਵਿੱਚ ਜਾਣ ਤੋਂ ਬਾਅਦ ਉਹ ਦੁਬਾਰਾ ਕਿਸੇ ਦੇ ਖਾਣ ਜੋਗਾ ਰਹਿ ਜਾਂਦਾ? ਉਹਨੂੰ ਦੁਬਾਰਾ ਖਾਣ ਦੇ ਲਾਇਕ ਮੰਨਿਆ ਜਾਏਗਾ? ਕਿੱਡਾ ਵੱਡਾ ਪਖੰਡ, ਕਿੱਡਾ ਵੱਡਾ ਇਹ ਵਹਿਮ ਜਿਹੜਾ ਹੈ ਸਾਡੇ ਸਮਾਜ ਵਿੱਚ ਪਸਰਿਆ ਹੋਇਆ ਕਿ ਜਿਹੜਾ ਕੁਝ ਅਸੀਂ ਇੱਥੇ ਦਾਨ ਪੁੰਨ ਕਰਦੇ ਹਾਂ, ਜਾਂ ਸਾਡੇ ਘਰੋਂ ਕੋਈ ਰੋਟੀ ਖਾ ਜਾਂਦਾ, ਜਾਂ ਜਿਹੜੇ ਅਸੀਂ ਕੱਪੜੇ ਦਾਨ ਕੀਤੇ ਆ, ਇਹ ਸਾਡੇ ਅੱਗੇ ਪਹੁੰਚ ਜਾਣਗੇ। ਪਿਆਰੇ ਬੱਚਿਓ, ਕੱਪੜੇ ਸਰੀਰ ਤੇ ਪਾਏ ਜਾਂਦੇ ਆ, ਸਰੀਰ ਤਾਂ ਇੱਥੇ ਸੰਸਕਾਰ ਹੋ ਗਿਆ, ਸਰੀਰ ਤਾਂ ਇੱਥੇ ਰਹਿ ਗਿਆ। ਤਾਂ ਜਿਹੜੀ ਅੱਗੇ ਪਹੁੰਚਾਉਣ ਵਾਲੀ ਗੱਲ ਹੈ, ਅੱਗੇ ਸਰੀਰ ਤਾਂ ਗਿਆ ਹੀ ਨਹੀਂ, ਕੱਪੜੇ ਕਿਹਨੂੰ ਪਾਉਣੇ ਆ? ਅੱਗੇ ਸਰੀਰ ਤਾਂ ਗਿਆ ਹੀ ਨਹੀਂ, ਭੁੱਖ ਸਰੀਰ ਨੂੰ ਲੱਗਦੀ ਆ, ਅੱਗੇ ਸਰੀਰ ਤਾਂ ਗਿਆ ਹੀ ਨਹੀਂ ਕਿਤੇ। ਸਰੀਰ ਤਾਂ ਇੱਥੇ ਰਹਿ ਗਿਆ, ਕਿਸੇ ਨੇ ਮਿੱਟੀ ਵਿੱਚ ਨੱਪ ਦਿੱਤਾ, ਕਿਸੇ ਨੇ ਪਾਣੀ ਵਿੱਚ ਰੋੜ ਦਿੱਤਾ, ਕਿਸੇ ਨੇ ਅੱਗ ਲਾ ਕੇ ਸਾੜ ਦਿੱਤਾ, ਸਰੀਰ ਤਾਂ ਇੱਥੇ ਸੜ ਗਿਆ। ਤਾਂ ਰੋਟੀ ਦੀ ਭੁੱਖ ਕਿਹਨੂੰ ਲੱਗਣੀ ਆ? ਤਾਂ ਇਹ ਸਾਰੇ ਵਹਿਮ ਹੈ, ਇਹ ਸਾਰੇ ਪਖੰਡ ਹੈ, ਇਹ ਸਾਰੀਆਂ ਜਿੰਨੀਆਂ ਵੀ ਇਹੋ ਜਿਹੀਆਂ ਗੱਲਾਂ ਬਾਤਾਂ, ਉਹ ਸਾਰੀਆਂ ਧਰਮ ਦੇ ਨਾਂ ਤੇ ਲੁੱਟ ਪੈਦਾ ਕਰਨ ਵਾਲੇ ਲੋਕਾਂ ਨੇ ਪੈਦਾ ਕੀਤੀਆਂ। ਤਾਂ ਸਾਨੂੰ ਆਪਣੇ ਘਰਾਂ ਵਿੱਚ ਆਪਣੇ ਬਜ਼ੁਰਗਾਂ ਦੀ ਸੰਭਾਲ ਕਰਨੀ ਚਾਹੀਦੀ ਆ, ਸਾਨੂੰ ਘਰਾਂ 'ਚ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਆ, ਸਾਨੂੰ ਆਪਣੇ ਘਰਾਂ 'ਚ ਆਪਣੇ ਬਜ਼ੁਰਗਾਂ ਦੇ ਦੁੱਖ ਸੁੱਖ ਨੂੰ ਸਮਝਣਾ ਚਾਹੀਦਾ। ਉਹਨਾਂ ਦੀਆਂ ਲੋੜਾਂ ਜਿੰਨੀਆਂ ਕੁ ਅਸੀਂ ਪੂਰੀਆਂ ਕਰ ਸਕਦੇ ਹਾਂ, ਉਸ ਹਿਸਾਬ ਨਾਲ ਅਸੀਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੀਏ, ਉਹਨਾਂ ਦੇ ਕੋਲ ਬੈਠੀਏ, ਉਹਨਾਂ ਨਾਲ ਗੱਲਾਂ ਕਰੀਏ, ਉਹਨਾਂ ਦਾ ਵੀ ਜੀਅ ਕਰਦਾ ਅਸੀਂ ਗੱਲਾਂ ਕਰੀਏ। ਜਦੋਂ ਅਸੀਂ ਜਿਉਂਦੇ ਹਾਂ ਉਹਨਾਂ ਨੂੰ ਨਾ ਅਸੀਂ ਸੁਣਦੇ ਹਾਂ, ਨਾ ਉਹਨਾਂ ਨੂੰ ਪੁੱਛਦੇ ਹਾਂ, ਨਾ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ, ਤੇ ਮਰ ਜਾਣ ਤੋਂ ਬਾਅਦ ਲੋਕਾਂ ਨੂੰ ਜਲੇਬੀਆਂ ਖਵਾ ਦਿਓ, ਪਕੌੜੇ ਖਵਾ ਦਿਓ,
ਗੁਲਾਬ ਜਾਮਨੂੰ ਖਵਾ ਦਿਓ, ਬੜੇ ਬੜੇ ਟੈਂਟ ਲਾ ਕੇ ਲੋਕਾਂ ਨੂੰ ਵੰਨ ਸਵੰਨੇ ਭਾਂਤੋ ਭਾਂਤ ਦੇ ਪਕਵਾਨ ਬਣਾ ਬਣਾ ਕੇ ਖਵਾਓ, ਹਲਵਾਈ ਬੜੇ ਬੜੇ ਲਿਆ ਕੇ ਉੱਥੇ ਭੱਠੀਆਂ ਤਪਾਓ, ਉਹਦਾ ਕੋਈ ਫਾਇਦਾ ਨਹੀਂ। ਧਰਮੀ ਲੋਕਾਂ ਦਾ ਇਹ ਜੀਵਨ ਨਹੀਂ ਹੈ। ਧਰਮੀ ਲੋਕ ਏਦਾਂ ਨਹੀਂ ਜਿਉਂਦੇ। ਇਹ ਕਿਹੋ ਜਿਹਾ ਕੰਮ ਹੋਇਆ? ਜਿਉਂਦੇ ਬਜ਼ੁਰਗ ਦੀ ਅਸੀਂ ਸੇਵਾ ਨਹੀਂ ਕਰਦੇ, ਜਿਉਂਦੇ ਬਜ਼ੁਰਗ ਨੂੰ ਅਸੀਂ ਪੁੱਛਦੇ ਨਹੀਂ, ਤੇ ਮਰ ਜਾਣ ਤੋਂ ਬਾਅਦ ਏਡਾ ਵੱਡਾ ਉਜਾੜਾ ਆਪਣਾ ਹੀ ਕਰ ਲਿਆ। ਚੰਗਾ ਹੁੰਦਾ ਜੇ ਇਹਦੇ ਵਿੱਚੋਂ ਕੁਝ ਕੁ, ਜਿੰਨਾ ਵੱਡਾ ਅਸੀਂ ਖਰਚਾ ਭੋਗ ਤੇ ਕਰ ਰਹੇ ਹਾਂ, ਇਹਦੇ ਵਿੱਚੋਂ ਥੋੜਾ ਜਿਹਾ ਅਸੀਂ ਪਹਿਲਾਂ ਉਸ ਬਜ਼ੁਰਗ ਦੀ ਜ਼ਿੰਦਗੀ ਲਈ ਵਰਤਦੇ। ਔਰ ਇੱਕ ਗੱਲ ਹੋਰ ਵੇਖੋ ਕਿੰਨੀ ਕਮਾਲ ਦੀ ਹੈ, ਜਿਸ ਬਜ਼ੁਰਗ ਦੇ ਭੋਗ ਤੇ ਏਡਾ ਵੱਡਾ ਜ਼ੋਰ ਲੱਗ ਰਿਹਾ ਜਾਂ ਸਾਲ ਦੇ ਬਾਅਦ ਉਹਦਾ ਸ਼ਰਾਧ ਕੀਤਾ ਜਾ ਰਿਹਾ, ਸਾਡੇ ਰਿਸ਼ਤੇਦਾਰ, ਸਾਡੇ ਭੈਣ ਭਰਾ, ਆਲੇ ਦੁਆਲੇ ਦੇ ਲੋਕ ਇਸ ਗੱਲ ਨੂੰ ਜਾਣਦੇ ਆ ਕਿ ਇਹ ਆਪਣੇ ਬਜ਼ੁਰਗ ਨੂੰ ਕਿੱਦਾਂ ਬੋਲਦੇ ਸੀ, ਉਹਨੂੰ ਕਿੱਦਾਂ ਬੇਇੱਜ਼ਤੀ ਕਰਦੇ ਸੀ, ਉਹਦੇ ਨਾਲ ਕਿੱਦਾਂ ਦਾ ਵਿਹਾਰ ਕਰਦੇ ਸੀ, ਤੇ ਹੁਣ ਦੇਖੋ ਇਹ ਕਿੱਦਾਂ, ਮਤਲਬ ਕਿੰਨਾ ਵੱਡਾ ਇਹ ਖਰਚਾ ਕਰ ਰਿਹਾ, ਕਿੰਨਾ ਵੱਡਾ ਵਿਖਾਵਾ ਕਰ ਰਿਹਾ। ਜਾਣਦੇ ਆ ਨਾ ਲੋਕ, ਕਿਉਂਕਿ ਉਹ ਲੋਕ ਵੀ ਤੇ ਆਪਣੇ ਆਲੇ ਦੁਆਲੇ ਆਪਣੇ ਘਰਾਂ ਦੇ ਨੇੜੇ ਤੇੜੇ ਹੀ ਰਹਿੰਦੇ ਨੇ। ਗਿਆਨੀ ਦਿੱਤ ਸਿੰਘ ਹੋਰਾਂ ਦੀ ਇੱਕ ਗੱਲ ਹੋਰ ਬੜੀ ਕਮਾਲ ਦੀ ਹੈ। ਗਿਆਨੀ ਦਿੱਤ ਸਿੰਘ ਨੇ ਸ਼ਰਾਧਾਂ ਦੇ ਬਾਬਤ ਇੱਕ ਵਿਚਾਰ ਬਹੁਤ ਸੋਹਣਾ ਲਿਖਿਆ। ਉਹ ਕਹਿੰਦੇ ਨੇ ਕਿ ਜਿਹੜੇ ਲੋਕ ਸ਼ਰਾਧ ਕਰਨ ਦੀ ਜਿੱਦ ਕਰਦੇ ਆ ਕਿ ਮਰ ਜਾਣ ਤੋਂ ਬਾਅਦ ਕਿਸੇ ਬੰਦੇ ਨੂੰ ਘਰ ਸੱਦ ਕੇ ਰੋਟੀ ਖਵਾਓ, ਇਹ ਖਾਧੀ ਹੋਈ ਰੋਟੀ ਅੱਗੇ ਪਹੁੰਚ ਜਾਂਦੀ ਆ। ਤੇ ਗਿਆਨੀ ਦਿੱਤ ਸਿੰਘ ਕਹਿੰਦੇ ਨੇ, ਪਹਿਲਾਂ ਤਾਂ ਭਾਈ ਜਿਨ੍ਹਾਂ ਨੇ ਸ਼ਰਾਧ ਕਰਨਾ ਉਹ ਇਹ ਪਤਾ ਕਰੋ ਕਿ ਤੁਹਾਡਾ ਬਜ਼ੁਰਗ, ਤੁਹਾਡੀ ਮਾਈ, ਤੁਹਾਡੇ ਬਾਪੂ ਜੀ ਅੱਗੋਂ ਕਿਹੜੀ ਜ਼ੋਨ 'ਚ ਗਏ ਆ। ਕਿਉਂਕਿ ਤੁਸੀਂ ਤਾਂ ਘਰ ਸੱਦ ਕੇ ਇੱਕ ਬੰਦੇ ਨੂੰ ਰੋਟੀ ਖਵਾ ਰਹੇ ਹੋ, ਖੀਰ ਖਵਾ ਰਹੇ ਹੋ, ਉਹਦੇ ਅੱਗੇ ਸਬਜ਼ੀਆਂ ਪਰੋਸ ਰਹੇ ਹੋ, ਤਾਂ ਪਹਿਲਾਂ ਇਹ ਪਤਾ ਤਾਂ ਕਰ ਲਓ ਕਿ ਜਿਹੜਾ ਤੁਹਾਡਾ ਬਜ਼ੁਰਗ ਹੈ ਉਹ ਕਿਹੜੀ ਜ਼ੋਨ ਵਿੱਚ ਹੈ। ਕਿਉਂਕਿ ਰੋਟੀ, ਖੀਰ, ਸਲਾਦ ਇਹ ਤਾਂ ਇੱਕ ਬੰਦੇ ਦੀ ਲੋੜ ਹੈ। ਪਰ ਜੇ ਬਜ਼ੁਰਗ, ਗਿਆਨੀ ਦਿੱਤ ਸਿੰਘ ਕਹਿੰਦੇ ਨੇ, ਜੇ ਬਜ਼ੁਰਗ ਅੱਗੋਂ ਕਿਸੇ ਪਸ਼ੂ ਦੀ ਜ਼ੋਨ ਪਿਆ ਤੇ ਉਹਨੂੰ ਰੋਟੀਆਂ ਦੀ ਲੋੜ ਥੋੜ੍ਹੀ ਹੈ, ਉਹਨੂੰ ਚਾਰੇ ਦੀ ਲੋੜ ਪਏਗੀ, ਉਹਨੂੰ ਪੱਠਿਆਂ ਦੀ ਲੋੜ ਪਏਗੀ, ਉਹਨੂੰ ਤੂੜੀ ਦੀ ਲੋੜ ਪਏਗੀ, ਉਹਨੂੰ ਘਾਹ ਦੀ ਲੋੜ ਪਏਗੀ। ਤੇ ਜੇ ਸਾਰਾ ਕੁਝ ਉਸ ਬਜ਼ੁਰਗ ਨੂੰ ਹੀ ਪਹੁੰਚਾਉਣਾ ਆ, ਤਾਂ ਫਿਰ ਇਸ ਪੁਜਾਰੀ ਨੂੰ ਤੂੜੀ ਖਵਾਓ, ਇਹਨੂੰ ਘਾਹ ਖਵਾਓ ਤਾਂ ਕਿ ਬਜ਼ੁਰਗ ਦਾ ਢਿੱਡ ਭਰ ਸਕੇ। ਇਹਨੇ ਆਪ ਥੋੜ੍ਹੀ ਖਾਣਾ ਜਿਹੜਾ ਖਾਣਾ ਹੈ, ਇਹਨੇ ਤੇ ਗਾਂਹ ਪਹੁੰਚਾਉਣਾ, ਅੱਗੇ ਪਹੁੰਚਾਉਣਾ। ਇਹਦੀ ਲੋੜ ਥੋੜ੍ਹੀ ਹੈ, ਉਹ ਤਾਂ ਗੁਜ਼ਰ ਚੁੱਕੇ, ਮਰ ਚੁੱਕੇ ਬਜ਼ੁਰਗ ਦੀ ਲੋੜ ਹੈ। ਉਹ ਕਹਿੰਦਾ ਜੇ ਬਜ਼ੁਰਗ ਬਲਦ ਦੀ ਜੂਨ, ਬੈਲ ਦੀ ਜੂਨ ਪਿਆ ਤਾਂ ਇਹਨੂੰ ਤੂੜੀ ਪਾਓ। ਜੇ ਬਜ਼ੁਰਗ ਸੱਪ ਦੀ ਜੂਨ ਪਿਆ ਤਾਂ ਇਸ ਪੁਜਾਰੀ ਨੂੰ, ਇਸ ਰੋਟੀ ਖਾਣ ਆਏ, ਸ਼ਰਾਧ ਖਾਣ ਆਏ ਬੰਦੇ ਨੂੰ ਇਹਨੂੰ ਚੂਹੇ ਮਾਰ ਕੇ ਪਰੋਸੋ। ਜਿਹੜੀ ਜੂਨ 'ਚ ਬੰਦਾ ਅੱਗੇ ਗਿਆ ਹੋਏਗਾ, ਪਹਿਲਾਂ ਪਛਾਣ ਕਰੋ ਕਿਹੜੀ ਜੂਨ 'ਚ ਗਿਆ, ਤੇ ਜਿੱਦਾਂ ਦੀ ਉਹਦੀ ਜੂਨ ਹੈ ਉਸ ਹਿਸਾਬ ਨਾਲ ਇਸ ਰੋਟੀ ਖਾਣ ਆਏ ਪਖੰਡੀ ਨੂੰ ਤੁਸੀਂ ਆਪਣੇ ਘਰ ਵਿੱਚ ਉਦਾਂ ਦਾ ਭੋਜਨ ਪਰੋਸੋ ਤਾਂ ਕਿ ਉਹਦਾ ਅਗਲੇ ਤੁਹਾਡੇ ਮਰ ਚੁੱਕੇ ਬਜ਼ੁਰਗ ਦਾ ਢਿੱਡ ਭਰ ਸਕੇ। ਤਾਂ ਬੜੀ ਪਤੇ ਦੀ ਗੱਲ ਹੈ, ਕਿਉਂਕਿ ਅਸੀਂ ਤਾਂ ਸਿਰਫ ਇੱਕ ਫਾਰਮੈਲਿਟੀ ਕਰ ਰਹੇ ਹਾਂ ਵੀ ਰੋਟੀ ਖਵਾ ਦਿੱਤੀ, ਸਾਲ ਬਾਅਦ ਰੋਟੀ ਖਵਾ ਦਿੱਤੀ, ਪਰ ਅਸੀਂ ਕਦੇ ਵੀ ਇਸ ਗੱਲ ਵੱਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਅਖੀਰ ਤੇ ਕਰਦਾ ਕਿ ਤੁਸੀਂ ਦੇਖੋ, ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰਦਾ ਨਾ, ਤਾਂ ਆਪਣੇ ਸਿੱਖਾਂ ਦੇ ਵਿੱਚ ਵੀ ਇਹ ਰਵਾਇਤ ਹੈ, ਬਹੁਤ ਸਾਰੀਆਂ ਚੀਜ਼ਾਂ, ਉਹਦੇ ਕੱਪੜੇ, ਜੁੱਤੀ, ਭਾਂਡੇ, ਬਿਸਤਰਾ, ਮੰਜਾ, ਇਹ ਗੁਰਦੁਆਰੇ ਦੇ ਆਉਂਦੇ ਆ। ਔਰ ਤੁਸੀਂ ਸਾਲ ਬਾਅਦ ਜਾ ਕੇ ਦੇਖੋ, ਉਹ ਸਾਰਾ ਸਮਾਨ ਫਿਰ ਗੁਰਦੁਆਰੇ ਹੀ ਪਿਆ, ਉਹ ਕਿਤੇ ਅੱਗੇ ਨਹੀਂ ਗਿਆ। ਜੇ ਅੱਗੇ ਗਿਆ ਤੇ ਫਿਰ ਗੁਰਦੁਆਰਿਓਂ ਗਾਇਬ ਹੋਣਾ ਚਾਹੀਦਾ, ਉਹ ਕਿਤੇ ਨਹੀਂ ਗਿਆ, ਉੱਥੇ ਹੀ ਪਿਆ ਹੋਇਆ। ਔਰ ਅਸੀਂ ਗੁਰਬਾਣੀ ਨੂੰ ਮੱਥਾ ਵੀ ਟੇਕੀ ਜਾਂਦੇ ਹਾਂ,
ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਇਹ ਵੀ ਪੜ੍ਹੀ ਜਾਂਦੇ ਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਨਾਲੇ ਅਸੀਂ ਉਹ ਸਾਰੇ ਹੀ ਕਰਮਕਾਂਡ ਕਰੀ ਜਾ ਰਹੇ ਹਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਮਨਾ ਕਰਦੀ ਆ। ਇਹ ਕਿੱਦਾਂ ਦੀ ਗੱਲ ਹੋਏਗੀ? ਇੱਕ ਬੱਚਾ ਮਾਂ-ਬਾਪ ਦੇ ਸਾਹਮਣੇ ਖਲੋ ਕੇ ਹਾਂ ਵਿੱਚ ਸਿਰ ਵੀ ਹਿਲਾ ਰਿਹਾ, ਮੈਂ ਤੁਹਾਡੇ ਆਖੇ ਲੱਗਾਂਗਾ, ਤੁਹਾਡੀ ਗੱਲ ਮੰਨਾਂਗਾ, ਉਹਨਾਂ ਨੂੰ ਮੱਥੇ ਵੀ ਟੇਕ ਰਿਹਾ, ਤੇ ਫਿਰ ਕੰਮ ਵੀ ਉਹ ਕਰ ਰਿਹਾ ਜਿਹੜੇ ਮਾਂ-ਬਾਪ ਨੇ ਰੋਕੇ ਹੋਏ ਆ। ਉਹ ਬੱਚਾ ਮਾਂ-ਬਾਪ ਦੀ ਖੁਸ਼ੀ ਦਾ ਪਾਤਰ ਬਣੇਗਾ? ਉਹ ਬੱਚਾ ਮਾਂ-ਬਾਪ ਦੇ ਪਿਆਰ ਦੇ ਯੋਗ ਹੋਏਗਾ? ਇਹ ਕਿਹੋ ਜਿਹਾ ਬੱਚਾ ਹੋਏਗਾ ਜਿਹੜਾ ਸਾਹਮਣੇ ਖਲੋ ਕੇ ਉਹਨਾਂ ਨੂੰ ਸਿਰ ਵੀ ਝੁਕਾ ਰਿਹਾ ਤੇ ਕੰਮ ਵੀ ਉਹ ਕਰ ਰਿਹਾ ਜਿਹੜੇ ਮਾਂ-ਬਾਪ ਰੋਕ ਰਹੇ ਆ? ਤੇ ਜੇ ਏਦਾਂ ਦਾ ਬੱਚਾ ਮਾਂ-ਬਾਪ ਨੂੰ ਪਸੰਦ ਨਹੀਂ, ਮਾਂ-ਬਾਪ ਦੀਆਂ ਖੁਸ਼ੀਆਂ ਨਹੀਂ ਲੈ ਸਕਦਾ, ਤਾਂ ਗੁਰੂ ਪਿਆਰਿਓ ਅਸੀਂ ਸਿੱਖ ਅਖਵਾਉਣ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੀਆਂ ਗੱਲਾਂ, ਜਿਹੜੇ ਕੰਮ ਸਾਨੂੰ ਮਨਾ ਕਰਦੇ ਆ, ਜੇ ਅਸੀਂ ਉਹ ਛੱਡਦੇ ਨਹੀਂ, ਉਹ ਕੰਮ ਅਸੀਂ ਆਪਣੇ ਘਰਾਂ ਚੋਂ ਰੋਕਦੇ ਨਹੀਂ, ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ। ਜੈਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਹਿਆ ਪੁਕਾਰ। ਜਿਵੇਂ ਗੁਰੂ ਉਪਦੇਸ਼ਦਾ ਸਾਨੂੰ ਉਦਾਂ ਹੀ ਮੰਨਣਾ ਪਏਗਾ। ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਗੁਰਸਿੱਖ ਮਿੱਤਰੋ ਗੁਰੂ ਦੀ ਚਾਲ ਚੱਲੋ, ਜਿਵੇਂ ਗੁਰੂ ਚੱਲਦਾ ਉਵੇਂ ਚੱਲੋ, ਮਨ ਮਰਜ਼ੀ ਨਾ ਕਰੋ। ਵਹਿਮ ਭਰਮ ਪਖੰਡ ਨੂੰ ਆਪਣੇ ਘਰਾਂ ਚੋਂ ਬਾਹਰ ਕੱਢੋ। ਇੱਕ ਵਿਦਵਾਨ ਦਾ ਬਹੁਤ ਸੋਹਣਾ ਕਥਨ ਹੈ, ਕਹਿ ਕੇ ਸਮਾਪਤੀ ਕਰਦਾ। ਉਹ ਵਿਦਵਾਨ ਸੱਜਣ ਸ਼ਰਾਧਾਂ ਦੇ ਬਾਬਤ ਇਹ ਗੱਲ ਕਹਿੰਦਾ, ਸ਼ਰਾਧਾਂ ਦੇ ਦਿਨਾਂ ਵਿੱਚ ਪਖੰਡੀ ਲੋਕਾਂ ਦੇ ਢਿੱਡ ਪੋਸਟ ਆਫਿਸ, ਡਾਕਖਾਨੇ ਬਣ ਜਾਂਦੇ ਆ। ਜਿਵੇਂ ਡਾਕਖਾਨੇ ਵਿੱਚ ਐਡਰੈਸ ਲਿਖ ਕੇ ਪਾਈ ਹੋਈ ਚਿੱਠੀ ਆਪਣੇ ਟਿਕਾਣੇ ਤੇ ਪਹੁੰਚ ਜਾਂਦੀ ਆ, ਏਦਾਂ ਹੀ ਪਖੰਡੀ ਲੋਕਾਂ ਦੇ ਘਰਾਂ ਵਿੱਚੋਂ ਰੋਟੀ ਪਾਣੀ, ਰਾਸ਼ਨ, ਦਾਨ ਪੁੰਨ ਇਤਿਆਦਿਕ ਲੈਂਦੇ ਰਹਿੰਦੇ ਆ, ਤੇ ਕਹਿੰਦੇ ਨੇ ਜੋ ਕੁਝ ਤੁਸੀਂ ਮੈਨੂੰ ਖਵਾਓਗੇ, ਜੋ ਕੁਝ ਮੈਨੂੰ ਦਿਓਗੇ, ਜੋ ਕੁਝ ਦਾਨ ਪੁੰਨ ਕਰੋਗੇ, ਇਹ ਮੇਰਾ ਨਹੀਂ, ਇਹ ਮੇਰੇ ਕੋਲ ਨਹੀਂ ਰਹਿਣਾ, ਇਹ ਮੈਂ ਅੱਗੇ ਪਹੁੰਚਾ ਦੇਣਾ ਹੈ। ਤਾਂ ਸਤਿਗੁਰੂ ਜੀ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ, ਅੱਗੇ ਕੁਛ ਨਹੀਂ ਮਿਲਦਾ, ਅੱਗੇ ਕਿਸੇ ਨੂੰ ਕੋਈ ਲੋੜ ਨਹੀਂ, ਅੱਗੇ ਕਿਤੇ ਨਹੀਂ ਕੁਝ ਵੀ ਪਹੁੰਚਦਾ। ਹਾਂ, ਇਹੀ ਕਰ ਲਓ, ਤੁਸੀਂ ਆਪਣੇ ਪਿੱਤਰਾਂ ਦੀ, ਆਪਣੇ ਬਜ਼ੁਰਗਾਂ ਦੀ ਜਿਉਂਦਿਆਂ ਸੇਵਾ ਕਰੋ, ਉਹਨਾਂ ਦਾ ਦਿਲ ਨਾ ਦੁਖਾਓ, ਉਹਨਾਂ ਦੀ ਸੇਵਾ ਕਰੋ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰੋ, ਉਹਨਾਂ ਨੂੰ ਬੁਲਾਓ, ਉਹਨਾਂ ਦੇ ਕੋਲ ਬੈਠੋ, ਉਹਨਾਂ ਦੀਆਂ ਗੱਲਾਂ ਸੁਣੋ। ਇਹੀ ਸਭ ਤੋਂ ਵੱਡੀ ਸੇਵਾ ਹੈ। ਜੇ ਅਸੀਂ ਜਿਉਂਦੇ ਬਜ਼ੁਰਗਾਂ ਨੂੰ ਖੁਸ਼ ਰੱਖੀਏ ਤਾਂ ਮਰਨ ਤੋਂ ਬਾਅਦ ਸਾਨੂੰ ਇਹੋ ਜਿਹੇ ਪਖੰਡ ਕਰਨ ਦੀ ਲੋੜ ਨਹੀਂ ਪਏਗੀ। ਇੱਕ ਵਾਰੀ ਫਿਰ ਦੁਹਰਾ ਦਿੰਦਾ ਕਬੀਰ ਸਾਹਿਬ ਜੀ ਦਾ ਇਹ ਬੋਲ, ਜੀਵਤ ਪਿੱਤਰ ਨਾ ਮਾਨੇ ਕੋਊ, ਮੂਏ ਸਿਰਾਦ ਕਰਾਹੀ, ਪਿੱਤਰ ਭੀ ਬਪੁਰੇ ਕਹੋ ਕਿਉਂ ਪਾਵੇਂ, ਕਊਆ ਕੋਕਰ ਖਾਹੀ। ਤੋ ਆਸ ਕਰਦਾ ਕਿ ਆਪ ਜੀ ਜਿੰਨਾ ਕੁ ਟਾਈਮ ਆਪਾਂ ਗੁਰਬਾਣੀ ਔਰ ਇਤਿਹਾਸ ਦੀ ਵਿਚਾਰ ਵਿੱਚੋਂ ਇਹ ਟਾਈਮ ਸਾਂਝਾ ਕਰ ਸਕੇ ਹਾਂ, ਇਹਦੇ ਚੋਂ ਕੁਝ ਸਮਝਣ ਦਾ ਤੁਸੀਂ ਯਤਨ ਕੀਤਾ ਹੋਏਗਾ, ਤੁਹਾਨੂੰ ਕੋਈ ਲਾਭ ਪ੍ਰਾਪਤ ਹੋਇਆ ਹੋਏਗਾ। ਔਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ, ਬਾਣੀ ਸੁਣਨ ਵਾਲੇ, ਸਾਡਿਆਂ ਘਰਾਂ 'ਚ ਕੋਈ ਇੱਦਾਂ ਦਾ ਕੰਮ ਹੁੰਦਾ ਹੋਏਗਾ। ਜੇ ਕਿਤੇ ਹੁੰਦਾ ਤੇ ਉਸਨੂੰ ਆਪਾਂ ਰੋਕਣ ਦਾ ਯਤਨ ਕਰਨਾ ਹੈ। ਔਰ ਦੂਜੀ ਗੱਲ, ਜੇ ਅਸੀਂ ਆਪ ਨਹੀਂ ਕਰਦੇ ਤਾਂ ਕੋਸ਼ਿਸ਼ ਕਰੀਏ ਆਪਣੇ ਹੋਰ ਆਲੇ ਦੁਆਲੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਗੁਰਬਾਣੀ ਦਾ ਉਪਦੇਸ਼ ਜਿਹੜਾ ਹੈ ਉਹਦੇ ਤੋਂ ਜਾਣੂ ਕਰਵਾਈਏ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਪ੍ਰਬੰਧਕ ਵੀਰਾਂ ਦਾ ਔਰ ਜਿੰਨੇ ਵੀ ਤੁਸੀਂ ਵੀਰ ਭੈਣਾਂ ਸਾਰੇ ਜੁੜੇ ਹੋਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਔਰ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਜੋ ਤੁਹਾਨੂੰ ਨਜ਼ਰ ਆਈਆਂ ਹੋਣਗੀਆਂ, ਉਹਦੇ ਲਈ ਮੈਂ
ਤੁਹਾਡੇ ਸਾਰਿਆਂ ਪਾਸੋਂ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਨੂੰ ਵੀਰ ਸੁਖਮਿੰਦਰ ਸਿੰਘ ਜੀ, ਪ੍ਰਿੰਸੀਪਲ ਸਿੱਖ ਮਿਸ਼ਨ ਕਾਲਜ ਲੁਧਿਆਣਾ ਤੋਂ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਸੋਹਣੇ ਸੌਖੇ ਤਰੀਕੇ ਦੇ ਨਾਲ ਬੱਚਿਆਂ ਨੂੰ, ਸਾਨੂੰ ਸਾਰਿਆਂ ਨੂੰ ਸਮਝਾਉਣਾ ਕੀਤਾ ਕਿ ਸੱਚਮੁੱਚ ਮਾਂ ਪਿਓ ਦੀ ਜਿਉਂਦਿਆਂ ਦੀ ਸੇਵਾ ਹੈ। ਸਾਨੂੰ ਪਿੱਤਰ ਲੋਕ ਦੇ ਵਿੱਚ ਜਾਣ ਦੀ ਲੋੜ ਨਹੀਂ ਤੇ ਨਾ ਹੀ ਸਤਿਗੁਰੂ ਜੀ ਕਹਿੰਦੇ ਚਿੰਤਾ ਕਰਨ ਦੀ ਲੋੜ ਹੈ। ਚਿੰਤਾ ਅਸੀਂ ਪਖੰਡ ਵਿੱਚ ਪੈ ਕੇ ਕਰਦੇ ਹਾਂ। ਜੇ ਸੱਚੀ ਚਿੰਤਾ ਹੈ ਤਾਂ ਸਤਿਗੁਰੂ ਜੀ ਉਪਦੇਸ਼ ਕਰਦੇ ਆ, ਜਿਸ ਸਿਮਰਤ ਸਭ ਕੇ ਵਿਖ ਨਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਕੀ ਜਾਪੋ, ਜਾ ਕਾ ਅੰਤ ਨਾ ਪਾਰੋ। ਭਾਈ ਸਦਾ ਹੀ ਉਸ ਵਾਹਿਗੁਰੂ ਦੇ ਨਾਲ ਜੁੜੇ ਰਹੀਏ, ਜਿਨ੍ਹਾਂ ਦੇ ਕਰਕੇ ਸਾਡੇ ਵੀ ਪਾਪਾਂ ਦਾ ਨਾਸ ਹੋਵੇਗਾ, ਸਾਡੇ ਵੀ ਬੁਰੇ ਵਿਚਾਰ ਖਤਮ ਹੋਣਗੇ, ਤੇ ਨਾਲ ਦੀ ਨਾਲ ਜੇ ਕੋਈ ਪਿੱਤਰ ਹੈ ਵੀ ਤੇ ਉਹਨਾਂ ਦਾ ਵੀ ਉਧਾਰ ਹੋਵੇਗਾ। ਸੋ ਉਹ ਵਾਹਿਗੁਰੂ ਜੀ ਜਾਣਦੇ ਹੈ ਪਿੱਤਰ ਲੋਕ ਹੈ ਵੀ ਕਿ ਨਹੀਂ ਹੈ ਵੀ, ਜੇ ਬਣਿਆ ਬਣਾਇਆ ਲੋਕਾਂ ਨੇ ਲੁੱਟਣ ਦੇ ਲਈ ਬਣਾਇਆ ਹੋਇਆ। ਸੋ ਬਹੁਤ ਬਹੁਤ ਧੰਨਵਾਦ ਜੀ। ਇਸ ਵੇਲੇ ਤਕਰੀਬਨ 440 ਪਰਿਵਾਰ ਹੈ ਜਿਹੜੇ ਉਹ ਜੁੜੇ ਹੋਏ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਪੂਰੀ ਉਮੀਦ ਹੈ ਕਿ 440 ਪਰਿਵਾਰਾਂ ਦੇ ਵਿੱਚੋਂ ਜੇ ਕੋਈ ਇੱਕ ਅੱਧਾ, ਵੈਸੇ ਤਾਂ ਸਾਰੇ ਹੀ ਸਹਿਜ ਪਾਠ ਕਰਨ ਵਾਲੇ ਬੱਚੇ, ਸਾਰੇ ਸਹਿਜ ਪਾਠ ਕਰਨ ਵਾਲੇ, ਬਾਣੀ ਪੜ੍ਹਨ ਵਾਲੇ ਜੁੜੇ ਹੋਏ ਆ, ਪਰ ਫਿਰ ਵੀ ਜੇ ਕੋਈ ਕਿਸੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹੋ ਰਿਹਾ ਤਾਂ ਉਸ ਨੂੰ ਅਸੀਂ ਗੁਰਬਾਣੀ ਰਾਹੀਂ, ਕਿਉਂਕਿ ਆਪਣੀ ਮਤ ਦੇ ਨਾਲ ਤੇ ਅਸੀਂ ਫਿਰ ਉੱਥੇ ਉਲਝ ਜਾਂਦੇ ਹਾਂ। ਅਸੀਂ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਬਾਣੀ ਦੁਆਰਾ ਅਸੀਂ ਉਸ ਨੂੰ ਰੋਕਣਾ ਕਰੀਏ ਸੋਹਣੇ ਤਰੀਕੇ ਦੇ ਨਾਲ, ਕਿ ਘਰ ਵਿੱਚ ਲੜਾਈ ਵੀ ਨਾ ਪਵੇ ਤੇ ਅਸੀਂ ਇਸ ਪਖੰਡ ਵੱਲ ਤੋਂ ਉੱਪਰ ਵੀ ਉੱਠ ਖੜੀਏ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਜਿੱਥੇ ਇਤਿਹਾਸ ਦੇ ਨਾਲ ਵੀ ਜੋੜਨਾ ਕੀਤਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਲਾਹੌਰ ਦੀ ਧਰਤੀ ਤੇ ਦੁਨੀ ਚੰਦ ਦੇ ਰਾਹੀਂ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਦੁਨੀ ਚੰਦ ਦੇ ਰਾਹੀਂ ਸਾਨੂੰ ਸਾਰੀ ਦੁਨੀਆ ਨੂੰ ਇਹੀ ਉਪਦੇਸ਼ ਦਿੱਤਾ ਸੀਗਾ ਕਿ ਨਾਲ ਕੁਝ ਵੀ ਨਹੀਂ, ਉੱਥੇ ਕੁਝ ਵੀ ਨਹੀਂ ਪਹੁੰਚਣਾ, ਇਹ ਸਭ ਪਖੰਡ ਹੈ। ਸ਼ਰਾਧ ਦੇ ਨਾਂ ਤੇ ਪਖੰਡ ਹੋ ਰਿਹਾ ਹੈ, ਅਗਿਆਨਤਾ ਦੇ ਵਸ ਹੋ ਕੇ ਲੋਕ ਕਰਦੇ ਆ। ਜਿਹੜੇ ਗੁਰੂ ਨਾਲ ਜੁੜ ਗਏ ਉਹ ਇਸ ਪਖੰਡ ਨੂੰ ਛੱਡ ਜਾਂਦੇ ਹੈ, ਇਸ ਪਖੰਡ ਤੋਂ ਉੱਪਰ ਉੱਠ ਕੇ ਅਧਿਆਤਮਿਕ ਵੱਲ ਕਦਮ ਪੁੱਟਦੇ ਆ। ਸੋ ਹੁਣ ਇਸੇ ਹੀ ਸੰਬੰਧ ਦੇ ਵਿੱਚ ਜਿਹੜੇ ਬੱਚਿਆਂ ਦੇ ਹੈਂਡ ਰੇਜ਼ ਹੈ, ਬੱਚਿਆਂ ਨੂੰ ਫਿਰ ਦੁਬਾਰਾ ਬੇਨਤੀ ਹੈ ਜਿਨ੍ਹਾਂ ਦੇ ਹੈਂਡ ਰੇਜ਼ ਹੈ ਕਿ ਉਹ ਬੱਚੇ ਸਿਰਫ ਇਸੇ ਵਿਸ਼ੇ ਨਾਲ ਰਿਲੇਟਡ ਹੀ ਸਵਾਲ ਕਰਨਗੇ, ਜਿਨ੍ਹਾਂ ਦੇ ਜਵਾਬ ਦੇਵਾਂਗੇ। ਜੀ ਗੁਰੂ ਸਾਹਿਬ ਕਿਰਪਾ ਕਰੇ ਕਿ ਸਾਡੇ ਵੀਰ ਪ੍ਰਿੰਸੀਪਲ ਸੁਖਮਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਇਹਨਾਂ ਸਵਾਲਾਂ ਦੇ ਜਵਾਬ ਦੇਣਗੇ। ਜੀ ਬੱਚਿਆਂ ਦਾ ਹੈਂਡ ਰੇਜ਼ ਪ੍ਰਭਪ੍ਰੀਤ ਕੌਰ ਜੀ, ਪ੍ਰਭਪ੍ਰੀਤ ਕੌਰ ਜੀ, ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਮ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਮਾਈ ਨੇਮ ਇਜ਼ ਪ੍ਰਾਪਤ ਕੌਰ, ਵਾਈਸੀ ਸਰਮ ਸਿੰਘ, ਜੋਨ ਮਖੂ। ਸਭ ਪਹਿਲਾਂ ਤਾਂ ਮੈਂ ਆਪਣੇ ਵਾਈਸੀ ਸਰ ਰੇਸ਼ਮ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਮੈਨੂੰ ਪੰਜਾਬ ਐਜੂਕੇਟ ਪੰਜਾਬ ਪ੍ਰੋਜੈਕਟ ਨਾਲ ਜੋੜਿਆ। ਮੈਮ ਮੇਰਾ ਸੀ ਕਿ ਪਿੱਤਰ ਕਿਸ ਨੂੰ ਕਹਿੰਦਾ? ਹਾਂਜੀ ਬੇਟੀ ਦਾ ਸਵਾਲ ਹੈ ਕਿ ਪਿੱਤਰ ਕਿਸ ਨੂੰ ਕਹਿੰਦੇ? ਪਿੱਤਰ ਬੱਚੇ ਮੈਂ ਦੱਸ ਵੀ ਚੁੱਕਾ ਹਾਂ ਕਿ ਪਿੱਤਰ ਦਾ ਮਤਲਬ ਹੈ ਜਿਹੜਾ ਵਿਅਕਤੀ ਇਸ ਸੰਸਾਰ ਤੋਂ ਗੁਜ਼ਰ ਗਿਆ, ਚੜ੍ਹਾਈ ਕਰ ਗਿਆ, ਜਿਹਦੀ ਮੌਤ ਹੋ ਗਈ ਆ। ਹਾਂਜੀ। ਮਰ ਚੁੱਕੇ ਵਿਅਕਤੀ ਨੂੰ ਪਿੱਤਰ ਕਿਹਾ ਜਾਂਦਾ ਹੈ। ਧੰਨਵਾਦ ਜੀ। ਠੀਕ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਜੀ। ਅੱਗੇ EPP ਨੰਬਰ 13811 ਜੀ, EPP ਨੰਬਰ 13811 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਪਿਓ ਤੋਂ ਭਾਵ ਕਿ ਜੋ ਵੱਡ ਵਡੇਰੇ ਹੁੰਦੇ ਹਨ। ਹਾਂਜੀ ਜੀ। ਤੇ ਵਾਹਿਗੁਰੂ ਜੀ ਉਹ ਪੂਜੀ ਤੇ ਉਹ ਸਾਡੇ ਵੱਡ ਵਡੇਰੇ। ਪਰ ਮੈਂ ਨਾ
ਆਵਾਜ਼ ਕਲੀਅਰ ਨਹੀਂ ਤੁਹਾਡੀ। ਬੱਚੇ ਤੁਹਾਡੀ ਆਵਾਜ਼ ਕੱਟੀ ਜਾ ਰਹੀ ਆ। ਜਾਂ ਤੇ ਨਾ ਬੱਚੇ ਵੀਡੀਓ ਬੰਦ ਕਰ ਲਿਆ ਕਰੋ ਤਾਂ ਕਿ ਆਵਾਜ਼ ਜਿਹੜੀ ਉਹ ਨੈਟ ਦੀ ਪ੍ਰੋਬਲਮ ਜਿਹੜੀ ਆਉਂਦੀ ਉਹ ਨਾ ਆਵੇ। ਵੀਡੀਓ ਬੰਦ ਕਰਕੇ ਚੈਟ ਵਿੱਚ ਲਿਖ ਦਿਓ, ਚੈਟ ਵਿੱਚ ਲਿਖ ਦਿਓ ਜੀ ਆਪਣਾ ਕੁਐਸਚਨ। ਅੱਗੇ ਅਵਨੀਤ ਕੌਰ ਜੀ, ਅਵਨੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨੀਆਂ ਚੀਜ਼ਾਂ ਦੱਸੀਆਂ। ਸੋ ਮੇਰਾ ਕੁਐਸਚਨ ਇਹ ਹੈ ਕਿ ਜਿਵੇਂ ਤੁਸੀਂ ਇੱਕ ਗੁਰਬਾਣੀ ਦੀ ਤੁਕ ਦੱਸੀ ਸੀ, ਛੋਟੀ ਲੈ ਪਖੰਡਾ ਨਾਮ ਲਈਏ ਜਾਹੇ ਤਰੰਦਾ, ਇਸ ਦਾ ਅਰਥ ਕੀ ਹੈ? ਇਸ ਦਾ ਅਰਥ ਬੱਚੇ ਜਿਹੜਾ ਬੰਦੇ ਲੋਕ ਪਖੰਡ ਕਰਦੇ ਆ ਧਰਮ ਦੇ ਨਾਂ ਤੇ, ਜਿਹੜੀਆਂ ਮਨਮਤਾਂ ਕਰਦੇ ਆ, ਵਹਿਮ ਭਰਮ ਕਰਦੇ ਆ, ਸਤਿਗੁਰੂ ਜੀ ਕਹਿੰਦੇ ਛੋਡੀਲੇ। ਛੋਡੀਲੇ ਦਾ ਅਰਥ ਹੈ ਛੱਡ ਦਿਓ, ਪਾਖੰਡ ਛੱਡ ਦਿਓ। ਪਾਖੰਡ ਕੀ ਹੁੰਦਾ ਹੈ? ਪਾਖੰਡ ਹੁੰਦਾ ਹੈ ਜਿਹਦੇ ਚ ਸਚਾਈ ਨਾ ਹੋਵੇ, ਜੋ ਅਸਲੀਅਤ ਨਾ ਹੋਵੇ। ਠੀਕ ਹੈ, ਜੋ ਅਸਲੀਅਤ ਨਹੀਂ ਹੈ, ਜੋ ਸੱਚ ਨਹੀਂ ਹੈ, ਉਹ ਕੰਮ ਛੱਡ ਦਿਓ। ਨਾਮ ਲੈ ਜਾਹੇ ਤਰੰਦਾ, ਸਤਿਗੁਰੂ ਦਾ ਨਾਮ ਜਪੋ, ਸਤਿਗੁਰੂ ਦੀ ਬਾਣੀ ਪੜ੍ਹੋ, ਇਹਦੇ ਨਾਲ ਹੀ ਤੁਸੀਂ ਤਰੋਗੇ, ਇਹਦੇ ਨਾਲ ਹੀ ਤੁਹਾਡਾ ਭਲਾ ਹੋਏਗਾ, ਪਖੰਡ ਨਾਲ ਭਲਾ ਨਹੀਂ ਹੋਏਗਾ। ਧੰਨਵਾਦ ਜੀ। ਅੱਗੇ ਗੁਰਲੀਨ ਕੌਰ ਜੀ, ਗੁਰਲੀਨ ਕੌਰ ਜੀ। ਮੈਮ ਮੈਂ ਇਹ ਕਹਿਣਾ ਚਾਹੁੰਦੀ ਸੀ ਆਪਣੇ ਅੱਗੇ ਸਾਨੂੰ ਨੰਬਰ ਆਪਣੇ 16। ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਾਂਜੀ ਬੇਟਾ ਜੀ ਦੁਬਾਰਾ ਬੋਲੋ। ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂਜੀ, ਸ਼ਾਇਦ ਕਨੈਕਸ਼ਨ ਕੱਟ ਗਿਆ ਜੀ। ਅਗਲਾ ਬੱਚਾ ਲੈਂਦੇ ਜੀ। ਹਾਂਜੀ 16117 ਜੀ, ਜੋਨ ਸ਼ੇਰਪੁਰ ਤੋਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਮੈਂ ਸੁਖਿੰਦਰ ਵੀਰ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਉਹਨਾਂ ਨੇ ਸਾਨੂੰ ਬਹੁਤ ਬਹੁਤ ਸਿੱਖਿਆ ਦਿੱਤੀ। ਮੇਰਾ ਕੁਐਸਚਨ ਹੈ, ਜੋ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਨੂੰ ਸਤਿਕਾਰ ਕਿਵੇਂ ਕਰਨ ਲਾਉਣਾ ਹੈ? ਬੇਟਾ ਜੀ ਤੁਹਾਡੀ ਆਵਾਜ਼ ਵੀ ਕੱਟੀ ਜਾ ਰਹੀ ਹੈ, ਵੀਡੀਓ ਬੰਦ ਕਰਕੇ ਬੋਲੋ। ਜੋ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਨੂੰ ਵੱਡਿਆਂ ਦਾ ਸਤਿਕਾਰ ਕਿਵੇਂ ਕਰ ਲਾਉਣਾ ਹੈ? ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ? ਨਹੀਂ, ਜੋ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਨੂੰ ਵੱਡਿਆਂ ਦਾ ਸਤਿਕਾਰ ਕਿਵੇਂ ਕਰ ਲਾਉਣਾ ਹੈ? ਕਿਵੇਂ ਕਰਨਾ ਚਾਹੀਦਾ ਹੈ? ਜੋ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਨੂੰ ਕਿਵੇਂ ਕਰਨਾ ਚਾਹੀਦਾ, ਇਹ ਸਵਾਲ ਹੈ ਬੇਟਾ? ਮੈਮ ਹਾਂਜੀ ਇਹ ਸਵਾਲ ਹੈ। ਅੱਛਾ, ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ? ਬੱਚੇ ਜਿਵੇਂ ਆਪਣੇ ਘਰ ਵਿੱਚ ਤੁਹਾਡੇ ਮੰਮੀ ਜੀ ਆ, ਤੁਹਾਡੇ ਡੈਡੀ ਜੀ ਆ, ਦਾਦਾ ਦਾਦੀ ਹੈ, ਚਾਚਾ ਚਾਚੀ ਹੈ, ਉਹਨਾਂ ਜੋ ਕਹਿੰਦੇ ਆ ਉਹ ਗੱਲ ਨੂੰ ਸੁਣੋ, ਸਮਝੋ, ਫਿਰ ਉਸ ਨੂੰ ਮੰਨੋ। ਜਦੋਂ ਮਾਂ-ਬਾਪ ਆਪਾਂ ਨੂੰ ਕੋਈ ਗੱਲ ਕਹਿੰਦੇ ਆ ਤਾਂ ਮਾਂ-ਬਾਪ ਦੀ ਕਹੀ ਹੋਈ ਗੱਲ ਨੂੰ ਪਹਿਲੀ ਗੱਲ ਆਪਾਂ ਧਿਆਨ ਨਾਲ ਸੁਣਦੇ ਨੀ ਗੇ। ਜਦੋਂ ਅਸੀਂ ਸੁਣਦੇ ਨੀ ਗੇ ਫਿਰ ਸਾਡਾ ਮੰਨਣ ਵਾਲੇ ਪਾਸੇ ਵੀ ਧਿਆਨ ਨਹੀਂ ਜਾਂਦਾ। ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਸਾਡੇ ਭਲੇ ਲਈ ਕਹਿ ਰਹੇ ਆ, ਸਾਡੇ ਚੰਗੇ ਲਈ ਕਹਿ ਰਹੇ ਆ, ਜਾਂ ਕਿੱਦਾਂ ਕਹਿ ਰਹੇ, ਕਿਉਂ ਕਹਿ ਰਹੇ ਆ। ਸਾਨੂੰ ਮਾਂ-ਬਾਪ ਦੀ, ਵੱਡਿਆਂ ਦੀ ਕਹੀ ਹੋਈ ਗੱਲ ਕਈ ਵਾਰ ਬੁਰੀ ਲੱਗਦੀ ਆ। ਮੰਨ ਲਓ ਇੱਕ ਛੋਟੀ ਜਿਹੀ ਗੱਲ ਹੈ, ਜਦੋਂ ਰਾਤ ਨੂੰ ਆਪਾਂ ਸੌਂਦੇ ਹਾਂ ਤਾਂ ਸਵੇਰੇ ਮਾਂ-ਬਾਪ ਸਵੇਰੇ ਉਠਾਉਂਦੇ ਆ ਕਿ ਤੁਸੀਂ ਕਲਾਸ ਲਾ ਲਓ, ਤੁਹਾਡੀ ਕਲਾਸ ਦਾ ਟਾਈਮ ਹੋ ਗਿਆ। ਕਿਉਂਕਿ ਹੁਣ ਇਸ ਵੇਲੇ ਮੋਬਾਈਲਾਂ ਦੇ ਉੱਤੇ ਹੀ ਕਲਾਸਾਂ ਲੱਗ ਰਹੀਆਂ, ਘਰਾਂ ਵਿੱਚ ਹੀ ਕਲਾਸਾਂ ਲੱਗ ਰਹੀਆਂ। ਤਾਂ ਜਿਹੜੇ ਬੱਚੇ ਸੁੱਤੇ ਹੋਏ ਆ ਨਾ, ਉਹ 7 ਵਜੇ 8 ਵਜੇ ਕਈ ਵਾਰ ਵੇਖੋ ਤੁਸੀਂ, ਤਾਂ ਉਹਨਾਂ ਨੂੰ ਬੁਰਾ ਲੱਗਦਾ ਹੈ ਵੀ ਸਾਨੂੰ ਕਿਉਂ ਉਠਾਉਂਦੇ ਸੁੱਤਿਆਂ ਨੂੰ। ਤਾਂ ਉਹ ਜੇ ਬੱਚਾ ਕਲਾਸ ਲਾਏਗਾ ਕਿਹਦਾ ਭਲਾ ਹੋਏਗਾ, ਕਿਹਦਾ ਫਾਇਦਾ ਹੈ ਜੇ ਕਲਾਸ ਲਾਏਗਾ? ਤਾਂ ਮਾਂ-ਬਾਪ ਦਾ ਕਿ ਬੱਚਿਆਂ ਦਾ? ਜੇ ਮਾਂ-ਬਾਪ ਕਿਸੇ ਗਲਤ ਬੰਦੇ ਕੋਲ ਖਲੋਣ ਤੋਂ ਮਨਾ ਕਰਦੇ ਆ ਵੀ ਉਹਦੇ ਕੋਲ ਖਲੋਣਾ ਨਹੀਂ, ਉਹਦੇ ਨਾਲ ਬੈਠਣ ਉੱਠਣ ਨਹੀਂ ਰੱਖਣਾ, ਤੁਸੀਂ ਮਤਲਬ ਗਲਤ ਆ, ਉਹ ਤੁਹਾਨੂੰ ਗਲਤ ਆਦਤਾਂ, ਗਲਤ ਚੀਜ਼ਾਂ ਸਿਖਾਏਗਾ, ਤਾਂ ਸਾਨੂੰ ਇੰਝ ਲੱਗਦਾ ਵੀ ਉਹ ਤਾਂ ਸਾਡਾ ਮਿੱਤਰ ਹੈ, ਇਹ ਕਿਉਂ ਰੋਕਦੇ ਨੇ, ਏਦਾਂ ਕਿਉਂ ਕਰਦੇ ਨੇ।
ਤਾਂ ਸਾਨੂੰ ਉਹਨਾਂ ਦੀ ਕਹੀ ਹੋਈ ਗੱਲ ਨੂੰ ਸੁਣਨਾ ਚਾਹੀਦਾ, ਪਹਿਲਾਂ ਸਮਝਣਾ ਚਾਹੀਦਾ, ਫਿਰ ਸਾਨੂੰ ਉਸ ਨੂੰ ਮੰਨਣਾ ਚਾਹੀਦਾ। ਇਹੀ ਸਭ ਤੋਂ ਵੱਡਾ ਸਤਿਕਾਰ ਹੈ। ਤੁਸੀਂ ਘਰ ਬੈਠੇ ਮਾਂ-ਬਾਪ ਨੂੰ ਜੀ 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 ਹਾਂਜੀ 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 ਕਰੀ ਜਾਓ, ਪਰ ਗੱਲਾਂ ਸਾਰੀਆਂ ਉਹਨਾਂ ਦੇ ਉਲਟ ਕਰੋ ਜਿਹੜੀਆਂ ਉਹ ਚਾਹੁੰਦੇ ਆ ਵੀ ਇਹ ਨਾ ਕਰਨ, ਤੁਸੀਂ ਸਾਰੀਆਂ ਹੀ ਉਹ ਗੱਲਾਂ ਕਰੋ, ਤਾਂ ਇਹ ਸਤਿਕਾਰ ਨਹੀਂ ਹੋਏਗਾ। ਜੀ 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 ਕਰਨਾ ਇਕੱਲਾ ਸਤਿਕਾਰ ਨਹੀਂ ਹੋਏਗਾ। ਇਕੱਲੇ ਗੋਡੀਆਂ ਹੱਥ ਲਾ ਦੇਣਾ ਇਕੱਲਾ ਸਤਿਕਾਰ ਨਹੀਂ ਹੋਏਗਾ। ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਸੁਣਨਾ, ਸਮਝਣਾ ਤੇ ਮੰਨਣਾ, ਇਹ ਸਤਿਕਾਰ ਅਖਵਾਏਗਾ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਇੱਕ ਬੱਚਿਆਂ ਦਾ ਚੈਟ ਦੇ ਵਿੱਚ ਲਿਖਿਆ ਆ ਰਿਹਾ ਜੀ ਸਵਾਲ, ਜਠੇਰੇ ਤੋਂ ਹਾਂਜੀ। ਕੀ ਭਾਵ ਹੈ? ਜਠੇਰੇ ਤੋਂ ਕੀ ਭਾਵ ਹੈ ਜੀ? ਜਠੇਰਾ ਜੀ? ਹਾਂਜੀ, ਜਠੇਰੇ ਤੋਂ ਕੀ ਭਾਵ ਹੈ? ਜਠੇਰੇ ਤੋਂ ਭਾਵ ਹੈ ਕਿਸੇ ਵੱਡ ਵਡੇਰੇ ਕਿਸੇ ਬਜ਼ੁਰਗ ਦੀ ਕੋਈ ਸਮਾਧ ਵਗੈਰਾ ਜਿਹੜੀ ਹੈ, ਜਗ੍ਹਾ ਵਗੈਰਾ, ਉਹ ਆਪਾਂ ਕਿਸੇ ਨਾ ਕਿਸੇ ਸਾਂਝੇ ਥਾਂ ਤੇ, ਜਿਵੇਂ ਉਹਦੀ ਪੈਲੀ ਵਿੱਚ ਜਾਂ ਕਿਸੇ ਜਗ੍ਹਾ ਦੇ ਉੱਤੇ ਉੱਥੇ ਬਣਾ ਦਿੰਦੇ ਆ, ਤਾਂ ਉਸ ਵੱਡ ਵਡੇਰੇ ਦੀ ਬਣਾਈ ਹੋਈ ਜਗ੍ਹਾ ਨੂੰ ਜਠੇਰੇ ਦਾ ਭਾਵ ਹੈ ਜੇਠ ਭਾਵ ਵੱਡਾ। ਜਿਹੜਾ ਵੱਡਾ ਹੈ, ਜਿਹੜਾ ਕੋਈ ਬਜ਼ੁਰਗ ਗੁਜ਼ਰ ਗਿਆ। ਅਸਲ ਵਿੱਚ ਇਹਦੇ ਪਿਛੋਕੜ ਵਿੱਚ ਇੱਕ ਗੱਲ ਕੰਮ ਕਰਦੀ ਹੈ। ਪਹਿਲਾਂ ਕੁਝ ਸਮਾਂ ਇੱਦਾਂ ਦਾ ਰਿਹਾ ਕਿ ਘਰ ਵਿੱਚ ਜਿਹੜੇ ਭੈਣ ਭਰਾ ਸਾਰੇ ਉਹ ਵਿਆਹੇ ਨਹੀਂ ਸੀ ਜਾਂਦੇ, ਤਾਂ ਮੰਨ ਲਓ ਜੇ 4 ਭੈਣ ਭਰਾ ਆ ਤਾਂ ਉਹ ਚੋਂ 2 ਭਰਾਵਾਂ ਦਾ ਵਿਆਹ ਹੋ ਗਿਆ, 2 ਦਾ ਨਹੀਂ ਹੋਇਆ। ਤਾਂ ਉਹ ਜਿਹੜੇ 2 ਦਾ ਵਿਆਹ ਨਹੀਂ ਹੋਇਆ, ਉਹ ਇੱਕ ਪਰਿਵਾਰ ਵਿੱਚ ਭਾਵੇਂ ਰਹੇ, ਜਦੋਂ ਉਹ ਚੜ੍ਹਾਈ ਕਰ ਗਏ ਤੇ ਉਹਨਾਂ ਦੀ ਜ਼ਮੀਨ ਜਾਇਦਾਦ ਜੋ ਕੁਝ ਵੀ ਉਹਨਾਂ ਦੀ ਪ੍ਰਾਪਰਟੀ ਸੀਗੀ, ਉਹ ਵਿਆਹੇ ਹੋਏ ਭਰਾਵਾਂ ਦੇ ਬੱਚਿਆਂ ਨੇ ਸੰਭਾਲ ਲਈ। ਹੁਣ ਜਦੋਂ ਉਹਨਾਂ ਨੇ ਪ੍ਰਾਪਰਟੀ ਸੰਭਾਲੀ ਤਾਂ ਉਹਨਾਂ ਨੂੰ ਇਹ ਲੱਗਿਆ ਵੀ ਜਿਹੜਾ ਸਾਡਾ ਚਾਚਾ ਤਾਇਆ ਜਿਹਦੇ ਕੋਈ ਔਲਾਦ ਨਹੀਂ ਜਾਂ ਉਹਦਾ ਪਰਿਵਾਰ ਨਹੀਂ ਸੀ, ਜਿਹਦੀ ਅਸੀਂ ਜਾਇਦਾਦ ਸੰਭਾਲੀ, ਜਿਹਦੀ ਜਾਇਦਾਦ ਸਾਨੂੰ ਮਿਲੀ ਹੈ, ਵੀ ਉਹਨੂੰ ਯਾਦ ਕਰਨਾ ਚਾਹੀਦਾ। ਤੇ ਉਹਨਾਂ ਨੇ ਫਿਰ ਯਾਦ ਦੇ ਤੌਰ ਤੇ ਉਸ ਜ਼ਮੀਨ ਵਿੱਚ, ਉਸ ਥਾਂ ਤੇ ਉਹਦੀ ਸਮਾਧ ਬਣਾ ਕੇ ਤੇ ਸਾਲ ਬਾਅਦ ਉੱਥੇ ਲੰਗਰ ਲਾ ਕੇ, ਜਾਂ ਮਤਲਬ ਉੱਥੇ ਰੋਟੀ ਇੱਕ ਥਾਲੀ ਵਿੱਚ ਰੱਖ ਕੇ ਤੇ ਉਹਦੀ ਪੂਜਾ ਮਾਨਤਾ ਸ਼ੁਰੂ ਕੀਤੀ। ਇਹ ਜਠੇਰਿਆਂ ਦਾ ਕੰਮ ਜਿਹੜਾ ਇੱਧਰੋਂ ਇਸ ਤਰੀਕੇ ਨਾਲ ਸ਼ੁਰੂ ਹੋਇਆ। ਆਪਣੇ ਵੱਡ ਵਡੇਰਿਆਂ ਦੀ ਕੋਈ ਸਮਾਧ, ਕੋਈ ਜਗ੍ਹਾ ਜਿਹੜੀ ਆ ਉਹ ਸਾਂਝੇ ਥਾਂ ਤੇ ਬਣਾ ਕੇ ਉਹਦੀ ਪੂਜਾ ਕਰਨੀ। ਪਰ ਬੱਚਿਓ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਇੱਦਾਂ ਦੇ ਕਿਸੇ ਵੀ ਵਹਿਮ ਭਰਮ ਭੁਲੇਖੇ 'ਚ ਸਾਨੂੰ ਮੜੀਆਂ ਕਬਰਾਂ ਜਠੇਰਿਆਂ ਦੀ ਪੂਜਾ ਵਿੱਚ ਨਹੀਂ ਪੈਣਾ ਚਾਹੀਦਾ। ਸਾਡਾ ਤਾਂ ਸਭ ਤੋਂ ਵੱਡਾ ਜਿਹੜਾ ਹੈ ਨਾ, ਉਹ ਗੁਰੂ ਨਾਨਕ ਹੈ। ਤਾਂ ਸਾਨੂੰ ਤਾਂ ਗੁਰੂ ਨਾਨਕ ਸਾਹਿਬ ਦੀ ਗੱਲ ਸੁਣਨੀ, ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ ਮੰਨਣਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਨਾ, ਸਾਨੂੰ ਤਾਂ ਇਹ ਸਿੱਖਣਾ ਚਾਹੀਦਾ। ਸ਼ਾਇਦ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਾਡਾ ਤਾਂ ਵੱਡਿਆਂ ਚੋਂ ਵੱਡਾ ਗੁਰੂ ਨਾਨਕ ਹੀ ਹੈ। ਅਸੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਹੀ ਮੰਨਦੇ ਹਾਂ ਤੇ ਗੁਰੂ ਨਾਨਕ ਸਾਹਿਬ ਦੇ ਅੱਗੇ ਹੀ ਝੁਕਦੇ ਹਾਂ। ਬਾਕੀ ਹੋਰ ਇਹੋ ਜਿਹੇ ਵੱਡ ਵਡੇਰੇ ਜਾਂ ਜਠੇਰੇ ਜਾਂ ਇੱਦਾਂ ਦੀਆਂ ਸਮਾਧਾਂ, ਇਹਨਾਂ ਦੀ ਪੂਜਾ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਇਹ ਸਿੱਖ ਧਰਮ ਵਿੱਚ ਵਿਵਰਜਿਤ ਹੈ, ਮਨਾ ਹੈ ਜੀ। ਜੀ ਇੱਕ ਹੈਂਡ ਰੇਜ਼ ਹੈ ਜੀ। चौदह 180 जी, ये मनदीप का 14 180 जी। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। वाहिगुरू जी का खालसा। क्वेश्चन है, ਅੱਜ ਕੱਲ ਆਪਣੇ बेटा आवाज क्लियर नहीं ਤੁਹਾਡੀ। ਵਾਹਿਗੁਰੂ ਜੀ। ਇਸ ਬੱਚਿਆਂ ਨੂੰ ਆਪਣੇ ਲਈ ਆਪਣੀ ਟੈਕਨੋਲੋਜੀ ਨੂੰ ਜਾਂ ਐਮਪੈਂਸ ਦਿੱਤੇ ਜਾਂ ਪੇਰੈਂਟਸ ਦੀ ਗਾਰੰਟੀ ਵਿੱਚ ਪ੍ਰੋਬਲਮ ਹੈ ਵੀ ਉਹਨਾਂ ਬੱਚਿਆਂ ਨੂੰ ਗੁਆਤ ਨਹੀਂ ਜੋੜਿਆ ਜਾਂ ਉਹਨਾਂ ਨੂੰ ਅੰਗੇ ਸੰਸਾਰ ਘਰ ਜਿਹਦੇ ਵਿੱਚ ਕੀ ਕਰ ਵਾਹਿਗੁਰੂ ਜੀ। ਹਾਂਜੀ ਬੇਟਾ ਤੁਹਾਡੀ ਆਵਾਜ਼ ਕਲੀਅਰ ਨਹੀਂ ਹੈਗੀ, ਦੁਬਾਰਾ ਬੋਲੋ। ਆਪਣੀ ਵੀਡੀਓ ਬੰਦ ਕਰਕੇ ਬੋਲੋ। ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ ਬੇਟਾ। ਨਹੀਂ ਜੀ।
ਬੇਟੇ ਆਪਣੀ ਨਾ ਵੀਡੀਓ ਬੰਦ ਕਰ ਲਓ, ਆਡੀਓ ਤੇ ਗੱਲ ਕਰ ਲਓ ਤੁਸੀਂ। ਮੇਰੇ ਤੇ ਇਹ ਹੈਗਾ ਜੀ ਕਿ ਮੇਰੇ ਪੇਰੈਂਟਸ ਬੱਚੇ ਘਰੋਂ ਕਰ ਦਿੰਦੇ ਆ ਵਿਦਾ ਚ ਭੇਜ ਦਿੰਦੇ, ਬਟ ਇਹਦੇ ਵਿੱਚ ਪਿੱਛੇ ਰੀਜ਼ਨ ਹੈ ਵੀ ਪੇਰੈਂਟਸ ਤੇ ਬੱਚੇ ਵਿੱਚ ਜਨਰੇਸ਼ਨ ਕਿਉਂ ਵੱਧ ਰਹੇਗਾ, ਵੀ ਇਹਦਾ ਕੀ ਹੋ ਰਿਹਾ ਹੈਗਾ ਵੀ ਪੇਰੈਂਟਸ ਨਾਲ ਜੇ ਰਹਿਣਾ ਪਸੰਦ ਨਹੀਂ ਕਰੇਗੇ। ਇਸ ਦੇ ਵਿੱਚ ਪੇਰੈਂਟਸ ਨੇ ਬੱਚਿਆਂ ਨੂੰ ਜ਼ਿਆਦਾ ਅੱਛੀ ਪੇਰੈਂਟਿੰਗ ਦਿੱਤਾ, ਬੱਚਿਆਂ ਨੇ ਆਪਣੀ ਮੋਬਾਈਲ ਜਾਂ ਟੈਕਨੋਲੋਜੀ ਨੂੰ ਜਾਣਨੀਅਤ ਦਿੱਤੀ ਹੈ ਵੀ ਉਹ ਕਰਕੇ ਹੋ ਰਿਹਾ ਹੈਗਾ। ਮੇਰਾ ਕਾਰਨ ਕੀ ਵਾਹਿਗੁਰੂ ਜੀ, ਤੁਸੀਂ ਆਪਣਾ ਨਾ ਸਵਾਲ ਹੈ ਜਿਹੜਾ ਉਹ ਚੈਟ ਦੇ ਵਿੱਚ ਲਿਖ ਦਿਓ। ਸੋ ਬਹੁਤ ਬਹੁਤ ਧੰਨਵਾਦ ਜੀ। ਹੈਂਡ ਰੇਜ਼ ਹੋਰ ਵੀ ਬਹੁਤ ਜ਼ਿਆਦਾ ਨੇ ਬੱਚਿਆਂ ਦੇ, ਤੇ ਚੈਟ ਦੇ ਵਿੱਚ ਵੀ ਬੱਚੇ ਬਹੁਤ ਵਧੀਆ ਲਿਖ ਰਹੇ ਆ ਕਿ ਅੱਜ ਦਾ ਸੈਸ਼ਨ ਬਹੁਤ ਵਧੀਆ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਸੋ ਪ੍ਰਿੰਸੀਪਲ ਸੁਖਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਾਡੇ ਲਈ 1 ਘੰਟਾ ਟਾਈਮ ਕੱਢਿਆ। ਤੇ ਆਸ ਹੈ ਕਿ ਫਿਰ ਵੀ ਅੱਗੇ ਤੋਂ ਜਦੋਂ ਅਸੀਂ ਬੁਲਾਵਾਂਗੇ ਤੇ ਵੀਰ ਜੀ ਨਾ ਨਹੀਂ ਕਰਨਗੇ, ਜ਼ਰੂਰ ਆਉਣਗੇ। ਸੋ ਧੰਨਵਾਦ ਜੀ, ਧੰਨਵਾਦ ਬਹੁਤ ਤੁਹਾਡਾ ਬਹੁਤ ਭੈਣ ਜੀ, ਧੰਨਵਾਦ ਬਹੁਤ ਜੀ। ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ, ਸਾਰਿਆਂ ਦਾ ਧੰਨਵਾਦ ਹੈ। ਤੁਸੀਂ ਵਧੀਆ ਕੰਮ ਕਰ ਰਹੇ ਹੋ, ਸੋਹਣਾ ਕਰ ਰਹੇ ਹੋ। ਔਰ ਜਿੰਨੇ ਵੀ ਬੱਚੇ ਨਾਲ ਵੀਰ ਭੈਣਾਂ ਹੋਰ ਸਾਰੇ ਜੁੜੇ ਹੋਏ ਆ, ਸਾਰਿਆਂ ਨੂੰ ਮੇਰੀ ਅਖੀਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੂੰ ਬੇਨਤੀ ਹੈ ਜੀ ਕਿ 5 ਮਿੰਟ ਤੁਹਾਨੂੰ ਦਿੱਤੇ ਗਏ ਆ, ਤੁਸੀਂ ਆਪਣੀ ਅਟੈਂਡੈਂਸ ਹੈ ਜਿਹੜੀ ਉਹ ਲਗਾਓ ਸਾਰੇ। ਤੇ ਨਾਲ ਦੀ ਨਾਲ ਇੱਕ ਬੇਨਤੀ ਹੋਰ ਹੈ ਕਿ ਜੋ ਤੁਹਾਡੇ ਸਕੂਲਾਂ ਦੇ ਗਰੁੱਪ ਬਣੇ ਹੋਏ ਆ ਬੱਚਿਆਂ ਦੇ, ਹਰ ਬੱਚਿਆਂ ਦੇ ਗਰੁੱਪ ਹੈਗੇ ਸਕੂਲਾਂ ਦੇ, ਤਾਂ ਉਹਨਾਂ ਦੇ ਆਪਣੇ ਗਰੁੱਪਾਂ ਦੇ ਵਿੱਚ ਵੀ ਇਹ ਸ਼ੇਅਰ ਕਰੋ ਕਿ ਜਿਹੜਾ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਕੰਪੀਟੀਸ਼ਨ ਪ੍ਰਤੀਯੋਗਤਾ ਹੋ ਰਹੀ ਹੈ, ਉਸ ਦੇ ਵਿੱਚ ਵੱਧ ਤੋਂ ਵੱਧ ਪਾਰਟੀਸਪੇਟ ਕਰੋ ਜੀ। ਤੇ ਫਾਰਮ ਭਰਨ ਦੇ ਲਈ ਵੀ ਉਹਨਾਂ ਨੂੰ ਤੁਸੀਂ ਆਪਣਾ ਇਹ ਲਿੰਕ ਸੈਂਡ ਕਰ ਸਕਦੇ ਹੋ, ਗਰੁੱਪ ਦੇ ਵਿੱਚ ਪਾ ਸਕਦੇ ਹੋ, ਤਾਂ ਕਿ ਜਿਹੜੇ ਬੱਚੇ ਵੱਧ ਤੋਂ ਵੱਧ ਆਪਣੇ ਇਤਿਹਾਸ ਦੇ ਨਾਲ ਵੀ ਜੁੜਨ, ਜਾਣੂ ਹੋਣ। ਤੇ ਨਾਲ ਦੀ ਨਾਲ ਜੇ ਕੋਈ ਹੋਰ ਬੱਚਾ, ਇਹ ਵੀ ਐਪਰੀਸ਼ੀਏਟ ਕਰੋ ਬੱਚਿਆਂ ਨੂੰ ਅੱਗੇ ਦੀ ਅੱਗੇ ਕਿ ਅਸੀਂ ਭਾਈ ਤਾਰੂ ਸਿੰਘ ਜੀ ਨੂੰ ਪਿਆਰ ਕਰਦੇ ਹਾਂ, ਪਰ ਕਿੱਦਾਂ ਪਿਆਰ ਕਰਦੇ ਹਾਂ ਕਿ ਅਸੀਂ ਉਹਨਾਂ ਵਾਂਗ ਆਪਣੇ ਕੇਸਾਂ ਨੂੰ ਵੀ ਪਿਆਰ ਕਰੀਏ, ਕਿ ਅਸੀਂ ਜਿੰਨੀ ਦੇਰ ਤੱਕ ਸਾਡੇ ਸਵਾਸ ਹੈ ਉਨੀ ਦੇਰ ਤੱਕ ਸਾਡੇ ਕੇਸ ਨੇ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ, ਅਸੀਂ ਕੇਸਾਂ ਨੂੰ ਕਦੇ ਵੀ ਕੈਂਚੀ, ਆਪਣੇ ਰੋਮਾਂ ਨੂੰ ਕੈਂਚੀ ਨਹੀਂ ਲੱਗਣ ਦੇਵਾਂਗੇ, ਤੇ ਕੇਸਾਂ ਨੂੰ ਓਨਾ ਹੀ ਪਿਆਰ ਕਰਾਂਗੇ ਜਿੰਨਾ ਭਾਈ ਤਾਰੂ ਸਿੰਘ ਜੀ ਨੇ ਕੀਤਾ। ਕਿੰਨਾ ਕੀਤਾ ਨਾ ਸਾਰੇ ਜਾਣਦੇ ਇਤਿਹਾਸ ਦੇ ਵਿੱਚ। ਸੋ ਸਾਰਿਆਂ ਨੇ, ਬੱਚਿਆਂ ਨੇ ਆਪਣੇ ਸਕੂਲ ਦੇ ਗਰੁੱਪਾਂ ਦੇ ਵਿੱਚ ਵੀ ਇਹ ਸੈਂਡ ਕਰਨਾ ਗਰੁੱਪ, ਕਿ ਨਾਲੇ ਦੱਸਣਾ ਕਿ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਜੀਵਨ ਨੂੰ ਇਹ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਇਹ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ, ਜਿਸ ਦਾ ਪੇਪਰ 9 ਅਕਤੂਬਰ ਨੂੰ ਤੁਸੀਂ ਸਾਰੇ ਜਾਣਦੇ ਹੋ ਹੋਵੇਗਾ ਜੀ। ਸੋ ਸਾਰਿਆਂ ਨੇ ਤਿਆਰੀ ਵੀ ਸੋਹਣੇ ਤਰੀਕੇ ਦੇ ਨਾਲ ਕਰਨੀ ਆ। ਇਹ ਨਹੀਂ ਵੀ ਆਪਾਂ ਫਾਰਮ ਭਰ ਦਿੱਤਾ ਕਿ ਹੁਣ ਆਪਾਂ ਫ੍ਰੀ ਹੋ ਗਏ, ਤਿਆਰੀ ਸੋਹਣੇ ਤਰੀਕੇ ਨਾਲ ਕਰਕੇ ਸਾਰਿਆਂ ਨੇ ਪੇਪਰ ਦੇਣਾ ਜੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।